ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ। ਕੋਵਿਡ-19 ਯਾਨੀ ਕਿ ਕਰੋਨਾ ਵਾਇਰਸ ਦੇ ਫੈਲਾਅ ਦੇ ਚੱਲਦੇ ਜਿੱਥੇ ਪੂਰੇ ਭਾਰਤ ਦੇਸ਼ ਦੇ ਵਿੱਚ ਲਾਕਡਾਊਨ ਹੈ, ਉੱਥੇ ਹੀ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ। ਤੇ ਜੇਕਰ ਆਪਾਂ ਗੱਲ ਕਰੀਏ ਇਸ ਕਰਫਿਊ ਦੇ ਦੌਰਾਨ ਬਹੁਤ ਸਾਰੇ ਇੰਸਟੀਟਿਊਟਸ ਐਸੇ ਨੇ, ਇੰਸਟੀਟਿਊਸ਼ਨਸ ਐਸੇ ਨੇ ਜਿਨ੍ਹਾਂ ਨੂੰ ਘਾਟਾ ਦੇਖਣਾ ਪਿਆ, ਫਿਰ ਭਾਵੇਂ ਉਹ ਇਕਨੋਮਿਕਲ ਘਾਟਾ ਹੋਵੇ ਜਾਂ ਫਿਰ ਹੋਵੇ ਪੜ੍ਹਾਈ ਦਾ ਘਾਟਾ। ਤੇ ਇਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਪੜ੍ਹਨ ਵਾਲੇ ਸਟੂਡੈਂਟਸ ਨੂੰ ਵੀ ਕਿਤੇ ਨਾ ਕਿਤੇ ਜਿਹੜੀਆਂ ਕਲਾਸਾਂ ਲੱਗਦੀਆਂ ਸੀਗੀਆਂ, ਕਲਾਸ ਦੇ ਵਿੱਚ ਜਾ ਕੇ ਉਹ ਪੜ੍ਹਦੇ ਹੁੰਦੇ ਸੀਗੇ, ਆਪਣਾ ਪ੍ਰੈਕਟੀਕਲ ਮੋਡਿਊਲ ਪੜ੍ਹਦੇ ਹੁੰਦੇ ਸੀ, ਉਹਦਾ ਨੁਕਸਾਨ ਕਿਤੇ ਨਾ ਕਿਤੇ ਹੋਇਆ। ਤੇ ਅੱਜ ਇਸੇ ਦੇ ਬਾਰੇ ਸਾਡੇ ਨਾਲ ਗੱਲ ਕਰਨ ਲਈ ਮੌਜੂਦ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪਬਲਿਕ ਰਿਲੇਸ਼ਨਸ਼ਿਪ ਆਫਿਸਰ ਮਿਸਟਰ ਰਜਨੀਸ਼। ਆਓ ਅਸੀਂ ਰਜਨੀਸ਼ ਜੀ ਨਾਲ ਗੱਲ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਲਾਕਡਾਊਨ ਦੇ ਦੌਰਾਨ ਜਿਹਨੂੰ ਕਿ ਹੁਣ 2 ਮਹੀਨੇ ਹੋਣ ਨੂੰ ਆਏ ਨੇ, ਕਿਸ ਤਰੀਕੇ ਦੇ ਜਿਹੜੇ ਲੌਸਸ ਨੇ, ਫਿਰ ਭਾਵੇਂ ਉਹ ਸਟੂਡੈਂਟ ਪੱਖੋਂ ਹੋਵੇ ਜਾਂ ਫਿਰ ਇੱਕ ਇੰਸਟੀਟਿਊਸ਼ਨ ਪੱਖੋਂ ਹੋਵੇ, ਉਹਨਾਂ ਨੂੰ ਦੇਖਣ ਨੂੰ ਮਿਲੇ ਨੇ। ਨਮਸਕਾਰ ਰਜਨੀਸ਼, ਕੀ ਹਾਲ ਚਾਲ ਹੈ ਤੁਹਾਡਾ? ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ ਬਹੁਤ ਜੋ ਤੁਸੀਂ ਇੱਕ ਜਿਹੜੀ ਜਰਨਲ ਇੱਕ ਪਬਲਿਕ ਦੇ ਵਿੱਚ ਜਿਹੜੀਆਂ ਕਿਉਰਿਓਸਿਟੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਆਫਿਸ ਟੂ ਆਫਿਸ ਪਹੁੰਚ ਕੇ ਰਿਕਾਰਡ ਕਰਕੇ ਦੈਨਿਕ ਸਵੇਰਾ ਦੇ ਮਾਧਿਅਮ ਜਿਹੜਾ ਲੋਕਾਂ ਨੂੰ ਸਹੀ ਜੋ ਡਾਇਰੈਕਸ਼ਨਲ ਚੀਜ਼ਾਂ ਨੇ ਉਹ ਪਾਸ ਔਨ ਕਰ ਰਹੇ ਹੋ, ਉਹ ਕਮਿਊਨੀਕੇਸ਼ਨ ਕਰ ਰਹੇ ਹੋ, ਉਹਦੇ ਲਈ ਤੁਹਾਨੂੰ ਬਹੁਤ ਵਧਾਈ ਜੀ। ਮੈਂ ਧੰਨਵਾਦ ਕਰਨਾ ਸਭ ਤੋਂ ਪਹਿਲਾਂ ਤੁਹਾਡਾ। ਹੁਣ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਬਈ ਇਸ ਕੋਵਿਡ-19 ਦੇ ਦੌਰਾਨ ਜਿਹੜੇ ਨੇ ਬਹੁਤ ਸਾਰੇ ਐਜੂਕੇਸ਼ਨ ਸੈਕਟਰ ਦੇ ਕ੍ਰਾਈਸਿਸ ਨੇ, ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਪ੍ਰਵਰਬ ਵੀ ਹੈ ਕਿ ਜਿਹੜੇ ਕ੍ਰਾਈਸਿਸ ਨੇ ਉਹ ਓਪਰਚੁਨਿਟੀ ਨੂੰ ਪੈਦਾ ਕਰਦੇ ਨੇ, ਹੈ ਨਾ। ਤਾਂ ਅਸੀਂ ਹੁਣ ਕ੍ਰਾਈਸਿਸ ਤੋਂ ਕ੍ਰਾਈਸਿਸ ਮੈਨੇਜਮੈਂਟ ਦੇ ਉੱਤੇ ਸਕਸੈਸ ਹੁੰਦੇ ਹੋਏ ਅਸੀਂ ਓਪਰਚੁਨਿਟੀਆਂ ਦੇ ਵੱਲ ਵਧ ਰਹੇ ਹਾਂ ਜੀ। ਤਾਂ ਇਸ ਕੋਵਿਡ-19 ਦੇ ਦੌਰਾਨ ਸਭ ਤੋਂ ਵੱਡੀ ਜਿਹੜੀ ਚੀਜ਼ ਸਾਨੂੰ ਦੇਖਣ ਨੂੰ ਮਿਲੀ ਉਹ ਇਹ ਦੇਖਣ ਨੂੰ ਮਿਲੀ ਕਿ ਸਾਡੇ ਜਿੰਨੇ ਸਰਕਾਰੀ ਸੈਕਟਰ ਨੇ ਉਹ ਜਿਸ ਤੇਜ਼ੀ ਨਾਲ IT ਸੈਕਟਰ ਵੱਲ ਨੂੰ ਮੂਵ ਕਰ ਰਹੇ ਸੀ, ਮਾਡਰਨਾਈਜੇਸ਼ਨ ਉਹਦੀ ਜਿਸ ਤਰੀਕੇ ਨਾਲ ਜਿਸ ਤੇਜ਼ੀ ਨਾਲ ਹੋ ਰਹੀ ਸੀ, ਉਹਦੀ ਸਪੀਡ ਮੈਂ ਹੁਣ ਇਹ ਕਹਾਂਗਾ ਲੇਮੈਨ ਦੀ ਲੈਂਗੁਏਜ 'ਚ ਕਿ ਉਹ ਸਪੀਡ ਜਿਹੜੀ ਆ ਹੁਣ ਡਬਲ ਹੋ ਚੁੱਕੀ ਹੈ। ਇਸ ਕੋਵਿਡ-19 ਦੇ ਦੌਰਾਨ ਕਿਉਂਕਿ ਮੈਕਸਿਮਮ ਜਿਹੜਾ ਹੈ ਵਰਕ ਫਰੋਮ ਹੋਮ ਰਿਹਾ, ਤਾਂ ਉਸ ਵਰਕ ਫਰੋਮ ਹੋਮ ਨੇ ਸਾਡੇ ਸਟਾਫ, ਲੋਅਰ ਸਟਾਫ ਤੋਂ ਲੈ ਕੇ ਬੇਸ ਸਟਾਫ ਐਂਡ ਟੀਚਿੰਗ ਫੈਕਲਟੀ ਤਾਂ ਖੈਰ ਪਹਿਲਾਂ ਹੀ ਉਹ ਤਾਂ ਉਸ ਦਾਇਰੇ ਦੇ ਵਿੱਚ ਆਉਂਦੇ ਨੇ ਵੀ, ਉਹ ਤਾਂ ਸਿੱਖੇ ਹੋਏ ਹੁੰਦੇ ਨੇ। ਬਾਕੀ ਹਰ ਆਫਿਸਰ, ਹਰ ਕਲੈਰੀਕਲ ਸਟਾਫ, ਹਰ ਫੈਕਲਟੀ ਉਹ ਅੱਜ IT ਫਰੈਂਡਲੀ ਹੋ ਚੁੱਕਾ ਹੈ। ਔਰ IT ਫਰੈਂਡਲੀ ਹੋਣ ਦੇ ਨਾਤੇ ਜਿਹੜੀ ਚੀਜ਼ ਉਹ ਓਪਰਚੁਨਿਟੀ ਮੈਂ ਕਹਿ ਰਿਹਾਗਾ ਤੁਹਾਨੂੰ, ਜੋ ਚੰਗੀ ਚੀਜ਼ ਹੈ ਇਸ ਕੋਵਿਡ-19 ਦੀ, ਉਹ ਇਹ ਹੈ ਕਿ ਉਹਨਾਂ ਨੂੰ ਇੱਕ ਨਵੀਆਂ ਚੀਜ਼ਾਂ ਸਿੱਖਣ ਦੇ ਨਾਲ ਉਹਨਾਂ ਦੇ ਵਿੱਚ ਕੌਨਫੀਡੈਂਸ ਲੈਵਲ ਜਿਹੜਾ ਵਧਿਆ ਹੈਗਾ। ਜੋ ਆਪਣੇ ਘਰ ਬੈਠ ਕੇ ਉਹ IT ਨਾਲ ਜੁੜ ਕੇ ਜੋ ਕੰਮ ਕਰ ਰਹੇ ਨੇ, ਉਸ ਜਿਹੜਾ ਕੌਨਫੀਡੈਂਸ ਹੈ ਉਹਦੀ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ ਜੀ। ਉਹ ਕੌਨਫੀਡੈਂਸ ਲੈਵਲ ਦੇਖੇ ਤੋਂ ਹੀ ਸਾਨੂੰ ਪਤਾ ਲੱਗਦਾ ਕਿ ਸਾਡੇ EMPLOYEES ਜਿਹੜੇ ਨੇ ਜਿਸ ਤਰੀਕੇ ਨਾਲ ਪਹਿਲਾਂ ਕੰਮ ਕਰਦੇ ਸੀ ਉਸ ਨਾਲੋਂ ਕਿਤੇ ਬਿਹਤਰ ਕੰਮ ਕਰ ਰਹੇ ਨੇ। ਤਾਂ ਇਸ ਚੀਜ਼ ਨੂੰ ਕੱਲਾ ਅਸੀਂ ਇਹ ਨਾ ਦੇਖੀਏ ਵੀ ਕੋਵਿਡ-19 ਦੇ ਦੌਰਾਨ ਜੇ ਸ਼ਟਡਾਊਨ ਹੋਇਆ ਤਾਂ ਉਸ ਲਾਕਡਾਊਨ ਸ਼ਟਡਾਊਨ ਦੇ ਜਿਹੜੇ ਨੇ ਡੀਮੈਰਿਟ ਹੀ ਨੇ, ਉਹਦੇ ਪਲੱਸ ਪੁਆਇੰਟ ਵੀ ਬਹੁਤ ਜ਼ਿਆਦਾ ਨੇ। ਉਹ ਬਹੁਤ ਸਾਰੀਆਂ ਓਪਰਚੁਨਿਟੀਜ਼ ਇਨਵੋਲਵ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਮਹਿਸੂਸ ਕਰਾਂਗੇ ਜੀ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜੇ ਕੋਵਿਡ-19 ਕਰਕੇ ਜਿਹੜਾ ਲਾਕਡਾਊਨ ਹੋਇਆ ਉਹਨੂੰ ਐਜ਼ ਐਨ ਓਪਰਚੁਨਿਟੀ ਵੀ ਲਿੱਤਾ ਜਾ ਸਕਦਾ ਹੈ, ਨਾ ਕਿ ਉਹਦਾ ਨੈਗੇਟਿਵ ਪਾਰਟ ਦੇਖਿਆ ਜਾਵੇ। ਜਿੱਦਾਂ ਤੁਸੀਂ ਗੱਲ ਕੀਤੀ, ਇਸ ਚੀਜ਼ ਦਾ ਮਤਲਬ ਇਹੀ ਹੋ ਗਿਆ ਕਿ ਕਿਸੇ ਤਰੀਕੇ ਨਾਲ ਜਿਹੜਾ ਪੇਪਰ ਵਰਕ ਜ਼ਿਆਦਾ ਹੁੰਦਾ ਸੀਗਾ ਜਾਂ ਚਾਹੇ ਉਹ ਲੈਕਚਰ ਨੋਟਸ ਹੁੰਦੇ ਸੀ ਜਾਂ ਕੁਝ ਵੀ ਹੁੰਦਾ ਸੀ, ਇਸ ਚੀਜ਼ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਉਹ ਘਟਿਆ ਤੇ ਹੁਣ ਲੋਕੀ ਆਨਲਾਈਨ ਵੱਲ ਜ਼ਿਆਦਾ ਜਾ ਰਹੇ ਨੇ। ਦੇਖੋ, ਤੁਸੀਂ ਵੀ ਆਪਣੀਆਂ ਈਮੇਲਸ ਦੇ ਵਿੱਚ ਪੜ੍ਹਦੇ ਰਹੇ ਹੋਵੋਗੇ ਜਾਂ ਆਈ ਥਿੰਕ ਕਿ ਕਾਲਜ ਟਾਈਮ ਜਾਂ ਸਕੂਲ ਟਾਈਮ ਤੋਂ ਵੀ ਤੁਸੀਂ ਸੁਣਦੇ ਰਹੇ ਹੋਵੋਗੇ। ਮੇਰਾ ਖਿਆਲ ਹੈ ਕਿ ਪਿਛਲੇ 10 ਸਾਲਾਂ ਤੋਂ ਅਸੀਂ ਇੱਕ ਸਲੋਗਨ ਪਪੂਲਰ ਕੀਤਾ ਹੋਇਆ ਕਿ ਗੋ ਗ੍ਰੀਨ। ਪਰ ਗੋ ਗ੍ਰੀਨ ਜਿਹੜਾ ਜਿਸ ਤਰੀਕੇ ਨਾਲ ਕਿ ਅਸੀਂ ਮਤਲਬ ਜਿਹੜੇ ਇੰਡੀਅਨਸ ਨੇ, ਅਸੀਂ ਇੱਕ ਚੀਜ਼ ਹੈ ਕਿ ਸਾਨੂੰ ਇੱਕ ਸਲੋਗਨ ਮਿਲ ਜਾਂਦਾ, ਅਸੀਂ ਸਲੋਗਨ ਜ਼ਰੂਰ ਰੱਟਦੇ ਹਾਂ ਬਟ ਉਹਦਾ 100% ਕੰਪਲਾਇੰਸ ਜਿਹਨੂੰ ਆਪਾਂ ਕਹਿੰਦੇ ਹਾਂ ਕੰਪਲਾਇੰਸ ਨਹੀਂ ਕਰਦੇ ਹਾਂ। ਕੋਵਿਡ-19 ਦੇ ਦੌਰਾਨ ਗੋ ਗ੍ਰੀਨ ਜਿਹੜਾ ਪੇਪਰਲੈਸ ਸੋਸਾਇਟੀ ਦਾ ਜਿਹੜਾ ਮੈਸੇਜ ਸੀਗਾ, ਉਹ ਮੈਸੇਜ ਜਿਹੜਾ ਉਹ ਵੀ ਫੁੱਲਫਿਲ ਹੋਇਆ ਜੀ। ਤਾਂ ਅੱਜ ਦੇ ਤਾਰੀਖ ਦੇ ਵਿੱਚ ਤੁਸੀਂ ਦੇਖੋ ਕਿ ਜੇ ਆਫਿਸਿਸ ਸ਼ਟ ਡਾਊਨ ਨੇ ਤਾਂ ਲੋਕਾਂ ਨੂੰ ਮੋਬਾਈਲ ਤੇ ਪੜ੍ਹਨ ਦੀ ਆਦਤ ਬਣੀ ਹੈ, ਲੈਪਟਾਪਸ ਤੇ ਕੰਮ ਕਰਨ ਦੀ ਆਦਤ ਬਣੀ ਹੈ। ਸਰਕਾਰੀ ਸੈਕਟਰ ਦੇ ਵਿੱਚ ਪੇਪਰ ਵਰਕ ਜਿਹੜਾ ਹੈਗਾ ਉਹ ਵੀ ਘਟਿਆ। ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਜੇ ਮੈਂ ਗੱਲ ਕਰਾਂ ਤਾਂ ਸਾਡੀ ਯੂਨੀਵਰਸਿਟੀ ਦੇ ਲਈ ਪਲੱਸ ਪੁਆਇੰਟ ਇਹ ਹੈ ਕਿ ਅਸੀਂ ਲੰਬੇ ਸਮੇਂ ਤੋਂ ਆਫਿਸ ਦੇ ਰਾਹੀਂ ਵਰਕਿੰਗ ਕਰਦੇ ਹਾਂ। ਤਾਂ ਆਫਿਸ ਦੀ ਵਰਕਿੰਗ ਨੇ ਸਾਨੂੰ ਆਲਰੇਡੀ ਜਿਹੜਾ ਪੇਪਰਲੈਸ ਸੋਸਾਇਟੀ ਵਾਲਾ ਜਿਹੜਾ ਮੈਸੇਜ ਹੈ ਉਹਨੂੰ ਅਸੀਂ ਆਲਰੇਡੀ ਉਹਦਾ ਕੰਪਲਾਇੰਸ ਕਰ ਰਹੇ ਸੀ, ਬਟ ਇਸ ਦੌਰਾਨ ਅਸੀਂ ਉਹ ਓਪਰਚੁਨਿਟੀ ਹੋਰ ਜ਼ਿਆਦਾ ਵੱਧ ਗਈ ਹੈ ਜੀ। ਕਿਉਂਕਿ ਜਿਹੜੇ
ਜੇ ਹੁਣ ਆਪਾਂ ਗੱਲ ਕਰੀਏ ਜਿਹੜੇ ਕੋਈ ਸੀਨੀਅਰ ਪ੍ਰੋਫੈਸਰਸ ਹੁੰਦੇ ਨੇ ਜਿਹੜੇ ਬਹੁਤ ਟਾਈਮ ਤੋਂ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਾ ਰਹੇ ਨੇ, ਜਿਨ੍ਹਾਂ ਨੂੰ ਸ਼ਾਇਦ ਪੜ੍ਹਾਉਂਦੇ ਆ ਵੀ 50-50 ਸਾਲ ਤੋਂ ਉੱਤੇ ਹੋ ਚੁੱਕੇ ਹੋਏ ਨੇ, ਉਹ ਅੱਜ ਵੀ ਕਿਤੇ ਨਾ ਕਿਤੇ ਜਿਹੜੇ ਨੇ ਉਹ ਪੇਪਰਸ ਦੇ ਉੱਤੇ ਜਾਂ ਨੋਟਸ ਦੇ ਉੱਤੇ ਵਿਸ਼ਵਾਸ ਰੱਖਦੇ, ਆਪਣੇ ਹੈਂਡ ਰਿਟਨ ਨੋਟਸ ਦੇ ਉੱਤੇ ਵਿਸ਼ਵਾਸ ਰੱਖਦੇ ਸਨ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਚੇਂਜ ਵੀ, ਇੱਕ ਪੋਜ਼ਿਟਿਵ ਚੇਂਜ ਆਇਆ ਕਿ ਹੁਣ ਉਹ ਲੋਕ ਵੀ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ IT ਸੈਕਟਰ ਨਾਲ ਜੁੜ ਕੇ ਬੱਚਿਆਂ ਨੂੰ ਪੜ੍ਹਾ ਰਹੇ ਨੇ? ਮੈਂ ਨਾ ਜੀ ਤੁਹਾਨੂੰ ਇੱਕ ਪ੍ਰੈਕਟੀਕਲ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਪਿਛਲੇ ਦਿਨੀ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲਿਆ। ਅਸੀਂ ਕੀ ਕੀਤਾ ਕਿ ਹੁਣ ਤੋਂ ਪਹਿਲਾਂ ਜਿਹੜਾ ਸਾਡਾ ਇੱਕ ਸਟੂਡੈਂਟ ਸੀ, ਉਹ ਜਿਹੜੇ ਕਾਲਜ ਦੇ ਐਫੀਲੀਏਟਡ ਕਾਲਜ ਦਾ ਸਟੂਡੈਂਟ ਸੀ, ਉਸੇ ਕਾਲਜ ਦੇ ਜੇ ਸਪੋਜ਼ ਮੈਂ ਗੱਲ ਕਰਾਂ ਕਿ ਫਿਜ਼ਿਕਸ ਦਾ ਲੈਕਚਰ ਹੈ ਤਾਂ ਉਹ ਇੱਕੋ ਹੀ ਟੀਚਰ ਕੋਲੋਂ ਫਿਜ਼ਿਕਸ ਪੜ੍ਹ ਰਿਹਾ ਸੀ। ਸਮਟਾਈਮਸ ਇਹ ਹੁੰਦਾ ਹੈ ਕਿ ਜਿਸ ਇੱਕੋ ਹੀ ਵਿਦਿਆਰਥੀ ਇੱਕੋ ਹੀ ਟੀਚਰ ਤੋਂ ਪੜ੍ਹਦਾ, ਉਹਨੂੰ ਉਨੀ ਗੱਲ, ਜੇ 50 ਵਿਦਿਆਰਥੀਆਂ ਦੀ ਕਲਾਸ ਹੈ ਤਾਂ 50 ਦੇ ਵਿੱਚੋਂ 10 ਵਿਦਿਆਰਥੀ ਐਸੇ ਹੁੰਦੇ ਆ ਜਿਨ੍ਹਾਂ ਨੂੰ ਉਹ ਟੀਚਰ ਦਾ ਪੜ੍ਹਾਉਣ ਦਾ ਤਰੀਕਾ ਨਹੀਂ ਸਮਝ ਲੱਗਦਾ, ਨਹੀਂ ਚੰਗਾ ਲੱਗਦਾ। ਹੁਣ ਜਿਹੜੀ ਤੁਸੀਂ ਈ-ਲਰਨਿੰਗ ਦੀ ਗੱਲ ਕੀਤੀ ਹੈ, ਈ-ਲਰਨਿੰਗ ਦੇ ਵਿੱਚ ਅਸੀਂ ਇੱਕ ਐਸਾ ਪਲੇਟਫਾਰਮ ਬਣਾਇਆ ਕਿ ਸਾਡੇ ਐਫੀਲੀਏਟਡ ਜਿਹੜੇ ਕਾਲਜ ਨੇ, ਮੋਰ ਦੈਨ 180 ਨੇ, ਉਹਨਾਂ ਕਾਲਜਾਂ ਦੇ ਵਿੱਚ ਜੋ ਸਬਜੈਕਟ ਹੈ, ਜੇ ਸਪੋਜ਼ ਮੈਂ ਗੱਲ ਕਰਾਂ ਫਿਜ਼ਿਕਸ ਦੀ ਜਾਂ ਕੰਪਿਊਟਰ ਸਾਇੰਸ ਦੀ, ਤਾਂ ਕੰਪਿਊਟਰ ਸਾਇੰਸ ਦਾ ਉਹ ਸਬਜੈਕਟ ਜਿਹੜਾ ਹੈ ਉਹ ਸਾਰੇ ਕਾਲਜਾਂ ਦੇ ਫੈਕਲਟੀ ਨੇ ਲੈਕਚਰ ਰਿਕਾਰਡ ਕਰਕੇ ਆਨਲਾਈਨ ਪਲੇਟਫਾਰਮ ਜੋ ਯੂਨੀਵਰਸਿਟੀ ਨੇ ਦਿੱਤਾ ਉਹਦੇ ਉੱਪਰ ਅਵੇਲੇਬਲ ਕਰਵਾਇਆ। ਅੱਜ ਇੱਕ ਬੱਚਾ ਜਿਹੜਾ ਫਿਜ਼ਿਕਸ ਦਾ ਸਟੂਡੈਂਟ ਹੈ ਉਹ ਜਾਂ ਕੰਪਿਊਟਰ ਸਾਇੰਸ ਦਾ ਸਟੂਡੈਂਟ ਹੈ, ਉਹ ਇੱਕ ਸਬਜੈਕਟ ਨੂੰ ਅਰਾਊਂਡ ਮੋਰ ਦੈਨ 100 ਟੀਚਰ ਕਿਵੇਂ ਪੜ੍ਹਾਉਂਦੇ ਨੇ, ਕਿਸ ਤਰੀਕੇ ਪੜ੍ਹਾ ਰਹੇ ਨੇ, ਉਹਦੇ ਲਈ ਇਹ ਕਿੰਨੀ ਵੱਡੀ ਓਪਰਚੁਨਿਟੀ ਹੈ। ਇੱਕ ਬੱਚਾ ਇੱਕ ਕਾਲਜ 'ਚ ਇੱਕੋ ਹੀ ਟੀਚਰ ਤੋਂ ਪੜ੍ਹ ਰਿਹਾ। ਬਟ ਅੱਜ ਦੀ ਤਾਰੀਖ ਦੇ ਵਿੱਚ ਕੀ ਹੋ ਗਿਆ, ਕੋਵਿਡ-19 ਈ-ਲਰਨਿੰਗ ਦੇ ਵਿੱਚ ਕੀ ਹੋ ਗਿਆ ਕਿ ਇੱਕ ਬੱਚਾ ਇੱਕੋ ਹੀ ਸਬਜੈਕਟ 100 ਟੀਚਰਸ ਤੋਂ ਪੜ੍ਹ ਰਿਹਾ। ਤਾਂ ਇਹ ਤੁਸੀਂ ਦੇਖੋ, ਅੱਛਾ ਸਿਮਿਲਰ ਜਿਹੜੀ ਇਹ ਚੀਜ਼ ਹੈ, ਜਦੋਂ ਉਹ ਟੀਚਰਸ ਨੇ, ਉਹ ਟੀਚਰਸ ਵੀ ਆਪਣੇ ਲੈਕਚਰ ਦੇ ਨਾਲ ਨਾਲ ਦੂਸਰੇ ਆਪਣੇ ਸਬਜੈਕਟ ਦੇ ਬਾਕੀ ਦੇ ਕਾਲਜਾਂ ਦਾ ਲੈਕਚਰ ਸੁਣਦੇ ਆ, ਤਾਂ ਉਹਨਾਂ ਨੇ, ਤੁਸੀਂ ਸੋਚ ਨਹੀਂ ਸਕਦੇ ਕਿ ਉਹਨਾਂ ਨੇ ਆਪਣੇ ਆਪ ਨੂੰ ਕਿਸ ਤਰੀਕੇ ਇੰਪਰੂਵ ਕੀਤਾ ਹੈ। ਜਿਹੜੀ ਤੁਸੀਂ ਸੀਨੀਅਰ ਫੈਕਲਟੀ ਦੀ ਗੱਲ ਕਰਦੇ ਹੋ, ਜਿਹੜੀ ਯੂਜ਼ ਟੂ ਹੈ ਵੀ ਉਹਨਾਂ ਨੇ ਪੇਪਰ ਦੇ ਰਾਹੀਂ, ਕਿਤਾਬ ਦੇ ਰਾਹੀਂ ਪੜ੍ਹਾਉਣਾ, ਲੈਕਚਰ ਤਿਆਰ ਕਰਨੇ ਆ, ਉਹ ਫੈਕਲਟੀ ਸੀਨੀਅਰ ਮੋਸਟ ਰਿਸਪੈਕਟਡ ਸਾਡੀ ਫੈਕਲਟੀ ਨੇ, ਸਾਡੀ ਜਿਹੜੀ ਨਵੀਂ ਜਨਰੇਸ਼ਨ ਦੀ ਫੈਕਲਟੀ ਹੈ, ਉਹਨਾਂ ਦੇ ਲੈਕਚਰ ਡਿਲੀਵਰ ਕਰਨ ਦੇ ਤਰੀਕੇ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਡਾਪਟ ਕੀਤਾ। ਉਹਨਾਂ ਦੇ ਅਡਾਪਟ ਕਰਨ ਦੇ ਨਾਲ ਤੁਸੀਂ ਇਹ ਦੇਖੋ ਕਿ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਜਨਰੇਸ਼ਨ ਗੈਪ, ਈ-ਲਰਨਿੰਗ ਨੇ ਉਹ ਜਨਰੇਸ਼ਨ ਗੈਪ ਵੀ ਖਤਮ ਕੀਤਾ। ਨਵੇਂ ਮੋਡਿਊਲ, ਨਵੀਆਂ ਓਪਰਚੁਨਿਟੀਆਂ ਜਿੱਥੇ ਸਟੂਡੈਂਟਸ ਨੂੰ ਮਿਲੀਆਂ, ਉੱਥੇ ਨਾਲ ਨਾਲ ਸੀਨੀਅਰ ਫੈਕਲਟੀ ਤੋਂ ਜੂਨੀਅਰ ਫੈਕਲਟੀ ਨੇ, ਜੂਨੀਅਰ ਫੈਕਲਟੀ ਤੋਂ ਸੀਨੀਅਰ ਫੈਕਲਟੀ ਨੂੰ ਮਿਲੀਆਂ। ਚਲੋ ਇਹ ਤਾਂ ਹੋ ਜਾਂਦੀ ਹੈ ਜਿਹੜੀ ਥਿਊਰੀ ਪਾਰਟ ਹੁੰਦਾ ਬੇਸਿਕਲੀ, ਕਿਉਂਕਿ ਆਨਲਾਈਨ ਜਿੰਨੇ ਵੀ ਲੈਕਚਰਸ ਆਪਾਂ ਲਗਾਉਂਦੇ ਉਹ ਜ਼ਿਆਦਾਤਰ ਥਿਊਰੀ ਪਾਰਟ ਦੇ ਉੱਤੇ ਲੱਗਦੇ ਨੇ। ਪਰ ਜੇਕਰ ਆਪਾਂ ਗੱਲ ਕਰੀਏ ਟੈਕਨੀਕਲ ਸਟੂਡੈਂਟਸ ਦੀ, ਜਿਹੜੇ ਖਾਸ ਕਰਕੇ ਟੈਕਨੀਕਲ ਯੂਨੀਵਰਸਿਟੀਜ਼ ਦੇ ਪੜ੍ਹਦੇ ਨੇ, ਉਹਨਾਂ ਨੂੰ ਪ੍ਰੈਕਟੀਕਲਸ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਉਹਨਾਂ ਦੀ ਸਪੈਸ਼ਲ ਪ੍ਰੈਕਟੀਕਲ ਲੈਬਸ ਹੁੰਦੀਆਂ ਨੇ, ਜਾਂ ਫਿਰ ਆਪਾਂ ਜੇਕਰ ਆਪਾਂ ਗੱਲ ਕਰੀਏ ਕੰਪਿਊਟਰ ਲੈਬਸ ਹੁੰਦੀਆਂ ਨੇ, ਕਈਆਂ ਦੀ ਇੰਜੀਨੀਅਰਿੰਗ ਅਲੱਗ ਇੰਜੀਨੀਅਰਿੰਗ ਲੈਬਸ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ ਪ੍ਰੈਕਟੀਕਲ ਸਟੱਡੀ ਕਰਦੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਆਨਲਾਈਨ ਸਟੱਡੀ ਤੋਂ ਬਾਅਦ ਜਿਹੜੀ ਪ੍ਰੈਕਟੀਕਲ ਸਟੱਡੀ ਜਿਹੜੀ ਇੰਪੋਰਟੈਂਟ ਬਹੁਤ ਮੰਨੀ ਜਾਂਦੀ ਹੈ ਟੈਕਨੀਕਲ ਸਟੂਡੈਂਟਸ ਦੇ ਲਈ, ਉਹਦਾ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ? ਐਸਾ ਜੀ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵੀ ਜੋ ਜੁਆਇੰਟ ਕਮੇਟੀ ਬਣਾਈ ਸੀ, ਜਿਹਨੇ ਐਜੂਕੇਸ਼ਨ ਸੈਕਟਰ ਨੂੰ ਕਿਸ ਤਰੀਕੇ ਨਾਲ ਦੁਬਾਰਾ ਉਹਨੇ ਆਉਣਾ, ਉਹਦੇ ਲਈ ਜੋ ਰეკਮੈਂਡੇਸ਼ਨ ਦਿੱਤੀਆਂ ਨੇ, ਉਹਨਾਂ ਦਾ ਵੀ ਫੋਕਸ ਐਸੇ ਚੀਜ਼ ਦੇ ਉੱਪਰ ਹੈ ਕਿ ਜਿਹੜੇ ਫਾਈਨਲ ਈਅਰ ਦੇ ਸਟੂਡੈਂਟ ਹੈ, ਬੇਸਿਕਲੀ ਜਿਹੜੀ ਸਾਡੀ ਟੈਕਨੀਕਲ ਐਜੂਕੇਸ਼ਨ ਹੈ ਜੀ, ਬਹੁਤ ਸਾਰੇ ਕੋਰਸਿਸ ਦੇ ਵਿੱਚ ਫਾਈਨਲ ਈਅਰ ਦੇ ਵਿੱਚ ਹੀ ਟ੍ਰੇਨਿੰਗ ਔਰ ਪ੍ਰੈਕਟੀਕਲ ਟ੍ਰੇਨਿੰਗ ਦਾ ਪਾਰਟ ਜਿਹੜਾ ਉਹ ਫਾਈਨਲ ਸਮੈਸਟਰ ਦੇ ਵਿੱਚ ਆ, ਮੋਸਟ ਪ੍ਰੋਬਬਲੀ 8th ਸਮੈਸਟਰ ਬੋਲਦੇ ਆ ਉਹਨੂੰ। ਤਾਂ UGC ਦੀਆਂ ਰეკਮੈਂਡੇਸ਼ਨਾਂ ਦੇ ਵਿੱਚ ਵੀ ਫਾਈਨਲ ਈਅਰ ਦੇ ਜਿਹੜੇ ਸਟੂਡੈਂਟ ਨੇ ਮੈਕਸਿਮਮ ਉਹਨਾਂ ਨੂੰ ਫੈਸਿਲਿਟੇਟ ਕਰਨ ਦੇ ਲਈ ਸਾਨੂੰ ਕਿਹਾ ਗਿਆ। ਉਹਦੇ ਅਕੋਰਡਿੰਗਲੀ ਮੈਨੂੰ ਇਹ ਲੱਗਦਾ ਕਿ ਕਈ ਚੀਜ਼ਾਂ ਸਮੇਂ ਦੇ ਨਾਲ ਡਿਲੇ ਜ਼ਰੂਰ ਹੋ ਜਾਂਦੀਆਂ, ਬਟ ਉਹਨਾਂ ਦੀ ਰੈਲੇਵੈਂਸੀ ਔਰ ਉਹਦਾ ਚਾਰਮ ਜਾਂ ਉਹਦਾ ਜਿਹੜਾ ਐਂਥੂਜ਼ਿਆਜ਼ਮ ਹੈ, ਉਹ ਜਦੋਂ ਇੱਕ ਬ੍ਰੇਕ ਤੋਂ ਬਾਅਦ ਆਉਂਦਾ ਤਾਂ ਹੋਰ ਵਧੀਆ ਓਪਰਚੁਨਿਟੀਆਂ ਲੈ ਕੇ ਆਉਂਦਾ। ਤਾਂ ਮੈਨੂੰ ਇਹ ਲੱਗ ਰਿਹਾ ਜੀ ਕਿ ਜਿਹੜੀ ਸਾਡੀ ਇੰਡਸਟਰੀ ਲੰਬੇ ਸਮੇਂ ਤੋਂ ਜਾਂ 2 ਮਹੀਨੇ ਤੋਂ ਤਕਰੀਬਨ ਬੰਦ ਪਈ ਹੈ, ਉਸ ਇੰਡਸਟਰੀ ਨੂੰ ਵੀ ਸਪਲਾਈ ਚੇਨ ਫਿਰ ਤੋਂ ਪਹਿਲਾਂ ਵਾਲੀ ਚੇਨ ਨਾਲੋਂ, ਕਿਉਂਕਿ ਡਿਮਾਂਡ ਆਬਵੀਅਸ ਹੈ ਵਧੇਗੀ ਹੈ ਨਾ, ਤਾਂ ਜਦੋਂ ਇੱਕਦਮ ਡਿਮਾਂਡ ਵਧੇਗੀ ਤਾਂ ਉਹਨਾਂ ਨੂੰ ਉਹ ਸਪਲਾਈ ਚੇਨ ਦੇ ਲਈ ਸਿਰਫ ਆਪਣੀ ਮੈਨ ਪਾਵਰ ਦੀ ਜ਼ਰੂਰਤ ਇੰਟਰਨਲ ਨਹੀਂ ਹੋਏਗੀ, ਉਹਨਾਂ ਨੂੰ ਐਕਸਟਰਨਲ ਐਸੇ ਟ੍ਰੇਨੀਜ਼ ਦੀ ਵੀ ਜ਼ਰੂਰਤ ਮੈਕਸਿਮਮ ਹੋਏਗੀ, ਜਿਹੜੇ ਟ੍ਰੇਨੀਜ਼ ਇੰਡਸਟਰੀ 'ਚ ਜਾ ਕੇ ਇੰਡਸਟਰੀ ਨੂੰ ਇੱਕ ਨਵਾਂ ਪੁਸ਼ ਦੇ ਸਕਣ।
ਤਾਂ ਉਹਦੇ ਨਾਲ ਮੈਂ ਇਹ ਮੰਨਦਾ ਜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਟ੍ਰੇਨਿੰਗ ਹੁਣ ਡਿਲੇ ਹੋਈ ਹੈ, ਟ੍ਰੇਨਿੰਗ ਰੱਦ ਨਹੀਂ ਹੋਈ, ਟ੍ਰੇਨਿੰਗ ਹੋਏਗੀ, ਟ੍ਰੇਨਿੰਗ ਡਿਲੇ ਹੋਈ ਆ, ਉਹ ਟ੍ਰੇਨਿੰਗ ਨੂੰ ਇੱਕ ਨਵਾਂ ਜਿਹੜਾ ਜੰਪ ਹੈ, ਇੱਕ ਨਵਾਂ ਪੁਸ਼ ਮਿਲੇਗਾ ਉਹਨੂੰ, ਜਿਹਦੇ ਨਾਲ ਇੰਡਸਟਰੀ, ਟ੍ਰੇਨੀ ਔਰ ਸਟੂਡੈਂਟ ਔਰ ਐਜੂਕੇਸ਼ਨ ਸੈਕਟਰ ਸਾਰਿਆਂ ਦੇ ਲਈ ਉਹ ਵਿਨ ਵਿਨ ਸਿਚੁਏਸ਼ਨ ਹੋਏਗੀ ਜੀ। ਜੇਕਰ ਆਪਾਂ ਗੱਲ ਕਰੀਏ ਬਹੁਤ ਸਾਰੇ ਇੰਸਟੀਟਿਊਸ਼ਨ ਤੁਸੀਂ ਜਿੱਦਾਂ ਕਿ ਤੁਹਾਡੇ ਅੰਦਰ ਜਿਹੜੇ ਨੇ ਉਹ 180 ਦੇ ਲਗਭਗ ਇੰਸਟੀਟਿਊਸ਼ਨਸ ਐਫੀਲੀਏਟਡ ਨੇ। ਤੁਸੀਂ ਚਲੋ ਬੀਇੰਗ ਅ ਗਵਰਨਮੈਂਟ ਇੰਸਟੀਟਿਊਸ਼ਨ, ਜਿਵੇਂ ਆਈਕੇਪੀਟੀਯੂ ਦੀ ਗੱਲ ਕਰਾਂ, ਉਹ ਗਵਰਨਮੈਂਟ ਇੰਸਟੀਟਿਊਸ਼ਨ ਹੈ। ਉਸ ਤੋਂ ਇਲਾਵਾ ਬਹੁਤ ਸਾਰੇ ਇੰਸਟੀਟਿਊਸ਼ਨਸ ਐਸੇ ਨੇ ਜਿਨ੍ਹਾਂ ਨੇ ਮਾਰਚ ਦੀ ਜਿਹੜੀ ਸੈਲਰੀਜ਼ ਦੇ ਦਿੱਤੀਆਂ ਆਪਣੇ ਟੀਚਰਸ ਨੂੰ। ਅਪ੍ਰੈਲ ਦੀ ਜਦੋਂ ਵਾਰੀ ਕਈਆਂ ਨੇ ਹਾਫ ਦਿੱਤੀਆਂ, ਕਈਆਂ ਨੂੰ ਹਾਲੇ ਵੀ ਪ੍ਰੋਬਲਮ ਆ ਰਹੀ ਹੈ, ਕਈਆਂ ਨੇ ਤਾਂ ਫੁੱਲ ਦੇ ਹੀ ਦਿੱਤੀਆਂ, ਬਟ ਕਈਆਂ ਨੇ ਹਾਲੇ ਵੀ ਪ੍ਰੋਬਲਮ ਜਿਹੜੀਆਂ ਉਹ ਆ ਰਹੀਆਂ ਨੇ ਸੈਲਰੀਜ਼ ਦੇਣ ਦੇ ਵਿੱਚ। ਟੀਚਰਸ ਉਨੀ ਮਿਹਨਤ ਕਰ ਰਹੇ ਨੇ ਆਨਲਾਈਨ ਜਿਹੜੀ ਲਰਨਿੰਗ ਦੇ ਵਿੱਚ, ਪ੍ਰੋਪਰ ਮਿਹਨਤ ਕਰ ਰਹੇ ਨੇ ਆਪਣੇ ਸਟੂਡੈਂਟਸ ਨੂੰ ਪੜ੍ਹਾਉਣ ਦੇ ਲਈ, ਉਹਨਾਂ ਨੂੰ ਕਿਸੇ ਨਾ ਕਿਸੇ ਡਾਊਟ ਕਲੀਅਰ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਇਹ ਜਿਹੜਾ ਹੁਣ ਬਹੁਤ ਸਾਰੇ ਇੰਸਟੀਟਿਊਸ਼ਨਸ ਜਿਹੜੇ ਸੈਲਰੀਜ਼ ਨਹੀਂ ਦੇ ਪਾਏ ਹਾਲੇ ਤੱਕ, ਇਹ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਟੀਚਰਸ ਨੂੰ ਡੀਮੋਰਲਾਈਜ਼ ਕਰਨ ਵਾਲੀ ਗੱਲ ਹੋ ਜਾਏਗੀ? ਦੇਖੋ ਜੀ, ਇਹਦੇ ਵਿੱਚ ਇਹ ਹੈ ਕਿ ਬੀਇੰਗ ਅ ਗਵਰਨਮੈਂਟ ਬਾਡੀ, ਪਹਿਲਾਂ ਤਾਂ ਅਸੀਂ 100% ਜੋ AICTE ਦੇ ਨੋਰਮਸ ਨੇ, ਜੋ ਸੈਲਰੀ ਸਟਰਕਚਰ, ਜੋ ਸਾਡੇ ਪ੍ਰੋਸੀਜਰ ਨੇ, ਅਸੀਂ ਉਹ ਪ੍ਰੋਸੀਜਰ ਹਰ ਹਾਲ ਦੇ ਵਿੱਚ ਸਾਡੇ ਐਫੀਲੀਏਟਡ ਕਾਲਜ ਪੂਰੇ ਕਰ ਵੀ ਰਹੇ ਨੇ ਔਰ ਭਵਿੱਖ ਦੇ ਵਿੱਚ ਵੀ ਕਰਨਗੇ, ਫਿਊਚਰ 'ਚ ਕਰਨਗੇ। ਅਸੀਂ ਉਹਨਾਂ ਨੂੰ, ਸਾਡੀ ਯੂਨੀਵਰਸਿਟੀ ਦੀਆਂ ਅਥਾਰਟੀਜ਼ ਇਨਸ਼ੋਰ ਕਰਨਗੀਆਂ। ਦੂਸਰੀ ਗੱਲ ਇਹ ਜਿਹੜੀ ਤੁਸੀਂ ਕਹੀ ਕਿ ਇਸ ਪੀਰੀਅਡ ਦੇ ਦੌਰਾਨ ਕਿਸੇ ਨੂੰ ਇੱਕ ਫਿਕਸਡ ਸੈਲਰੀ ਦਿੱਤੀ ਗਈ, ਕਿਸੇ ਨੂੰ ਜਿਹੜੀ ਸੈਲਰੀ ਸਟਰਕਚਰ ਹੈ ਅੱਧੀ ਦਿੱਤੀ ਗਈ, ਤਾਂ ਮੈਨੂੰ ਇਹ ਲੱਗਦਾ ਕਿ ਇੱਕ ਵਾਰ ਇਹ ਜਿਹੜਾ ਕ੍ਰਾਈਸਿਸ ਆਇਆ, ਉਸ ਕ੍ਰਾਈਸਿਸ ਦੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਲਾਭ ਤੇ ਹਾਨੀਆਂ, ਜਦੋਂ ਉਹਦੀ ਇੱਕ ਬੈਲੈਂਸ ਸ਼ੀਟ ਤਿਆਰ ਹੋਏਗੀ ਨਾ ਆਉਣ ਵਾਲੇ 1-2 ਮਹੀਨੇ, 4 ਮਹੀਨੇ ਦੇ ਵਿੱਚ ਜਾਂ 6 ਮਹੀਨੇ ਦੇ ਵਿੱਚ, ਤਾਂ ਇਹ ਜਿਹੜੀਆਂ ਕਮੀਆਂ ਆਈਆਂ ਨੇ ਸ਼ਾਇਦ ਉਹ ਕਮੀਆਂ ਦੂਰ ਹੋ ਜਾਣਗੀਆਂ। ਕਿਉਂਕਿ ਜਿੱਥੋਂ ਤੱਕ ਮੇਰੀ ਜਾਣਕਾਰੀ 'ਚ ਹੈ ਤਾਂ ਅਗਰ ਕਿਸੇ ਇੰਸਟੀਟਿਊਸ਼ਨ ਦਾ ਐਸਾ ਕੁਝ ਹੋਇਆ ਵੀ ਹੈ ਤਾਂ ਉਹ ਇੱਕ ਜਿਹਨੂੰ ਆਪਾਂ ਟਰਮ ਬੇਸ ਤੇ ਕਹਿ ਦਿੰਦੇ ਆ, ਉਹਨਾਂ ਨੇ ਜੇ ਕੋਈ ਡਿਡਕਸ਼ਨ ਕੀਤੀ ਹੈ ਟਰਮ ਬੇਸ ਤੇ ਕੀਤੀ ਹੈ, ਤਾਂ ਉਹ ਜਿਹਨੂੰ ਆਪਾਂ ਪੰਜਾਬੀ 'ਚ ਇੱਕ ਕਹਾਵਤ ਕਹਿੰਦੇ ਆ ਵੀ ਹਰ ਸਮਾਂ ਇੱਕੋ ਜਿਹਾ ਤਾਂ ਹੁੰਦਾ ਨਹੀਂ। ਅਗਰ ਇਹ ਸਮਾਂ ਥੋੜਾ ਜਿਹਾ ਡਾਊਨ ਵਾਲਾ ਆਇਆ ਤਾਂ ਇਸ ਤੋਂ ਜ਼ਿਆਦਾ ਉੱਪਰ ਵਾਲਾ ਵੀ ਆਏਗਾ। ਫਿਰ ਵੀ ਯੂਨੀਵਰਸਿਟੀ 100% AICTE ਦੇ ਜੋ ਨੋਰਮਸ ਨੇ, ਜੋ ਸੈਲਰੀ ਸਟਰਕਚਰ ਨੇ, ਉਹਨਾਂ ਦਾ ਕੰਪਲਾਈਸ ਕਰਾਉਣ ਦੇ ਲਈ ਯੂਨੀਵਰਸਿਟੀ ਆਪਣਾ ਪੂਰੀ ਪਹਿਲਾਂ ਵਾਲੇ ਤਰੀਕੇ ਨਾਲ ਜਿਹੜਾ ਐਨਫੋਰਸਮੈਂਟ ਆ ਉਹ ਪੂਰੀ ਰੱਖੇਗੀ ਜੀ। ਜੇਕਰ ਗੱਲ ਕਰੀਏ ਜਿਹੜਾ ਆਹ ਵਾਲਾ ਟਾਈਮ ਸੀਗਾ, ਖਾਸ ਕਰਕੇ ਮਾਰਚ, ਅਪ੍ਰੈਲ, ਮਈ ਦਾ ਜਿਹੜਾ ਟਾਈਮ ਹੁੰਦਾ, ਇਹਨਾਂ ਟਾਈਮਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ 12ਵੀਂ ਪਾਸ ਕਰਕੇ ਯੂਨੀਵਰਸਿਟੀਜ਼ ਦੇ ਵਿੱਚ ਆ ਕੇ ਜਾਂ ਕਾਲਜਸ ਦੇ ਵਿੱਚ ਆ ਕੇ, ਇੰਸਟੀਟਿਊਟਸ ਦੇ ਵਿੱਚ ਆ ਕੇ ਜਿਹੜੇ ਨੇ ਉਹ ਐਡਮਿਸ਼ਨਸ ਲੈਂਦੇ ਨੇ। ਬਹੁਤ ਸਾਰੇ ਬੱਚਿਆਂ ਨੂੰ ਆਪਣਾ ਇੱਕ ਐਂਥੂਸੀਆਜ਼ਮ ਹੁੰਦਾ ਕਿ ਹੁਣ ਆਪਾਂ ਆਹ ਸਟਰੀਮ ਪੜ੍ਹੇ ਸੀਗੇ 12ਵੀਂ ਦੇ 'ਚ, ਹੁਣ ਇੱਥੇ ਆ ਕੇ ਕੰਮ ਕਰਾਂਗੇ ਤਾਂ ਅੱਗੇ ਜਾ ਕੇ ਜਿਹੜਾ ਸਾਡਾ ਕਰੀਅਰ ਕੁਝ ਇਸ ਤਰੀਕੇ ਨਾਲ ਬਣੇਗਾ। ਤੁਹਾਨੂੰ ਕੀ ਲੱਗਦਾ ਇਹ ਜਿਹੜੀਆਂ ਐਡਮਿਸ਼ਨਸ ਹੁਣ ਡਿਲੇ ਹੋਈਆਂ, ਇਹ ਕਿਤੇ ਨਾ ਕਿਤੇ ਜਿਹੜਾ ਹੈ ਬੱਚਿਆਂ ਦੀ ਕਰੀਅਰ ਦੇ ਉੱਤੇ ਅਸਰ ਪਾਉਣਗੀਆਂ? ਜਾਂ ਜਿਹੜੇ ਅੱਗੇ ਹੁਣ ਬੱਚੇ ਜਿਹੜਾ ਯੂਨੀਵਰਸਿਟੀ ਪਾਸ ਆਊਟ ਕਰਨਾ ਸੀਗਾ, ਉਹਨਾਂ ਨੂੰ ਅੱਗੇ ਜੌਬਸ ਮਿਲਣੀਆਂ ਸੀਗੀਆਂ, ਇੰਟਰਨਸ਼ਿਪਸ ਮਿਲਣੀਆਂ ਸੀਗੀਆਂ, ਟ੍ਰੇਨਿੰਗਸ ਤੇ ਉਹਨਾਂ ਨੇ ਜਾਣਾ ਸੀਗਾ, ਤੁਹਾਨੂੰ ਵੀ ਲੱਗਦਾ ਇਹ ਸਭ ਚੀਜ਼ਾਂ ਉਹਨਾਂ ਕਿਤੇ ਨਾ ਕਿਤੇ ਤਰੀਕੇ ਨਾਲ ਉਹਨਾਂ ਦੇ ਕਰੀਅਰ ਤੇ ਅਸਰ ਪਾ ਸਕਦੀਆਂ? ਨਹੀਂ, ਇਸ ਤਰੀਕੇ ਦਾ ਨਹੀਂ ਹੈ ਜੀ, ਬਲਕਿ ਅਸੀਂ ਤਾਂ ਜੋ ਰੀਸੈਂਟਲੀ UGC ਨੇ ਰეკਮੈਂਡੇਸ਼ਨਾਂ ਦਿੱਤੀਆਂ ਨੇ, ਉਹਨਾਂ ਰეკਮੈਂਡੇਸ਼ਨਾਂ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਦਾ ਹਾਂ ਕਿ ਪਹਿਲਾਂ ਸਾਡੇ ਬੱਚਿਆਂ ਦੇ ਉੱਪਰ ਜਿਹੜੇ CBSE ਬੋਰਡ ਦੇ ਬੱਚੇ ਨੇ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਾਂ ਕਿਸੇ ਵੀ ਬੋਰਡ ਦੇ, ਸਕੂਲ ਬੋਰਡ ਦੇ ਬੱਚੇ ਨੇ, ਉਹ ਪੈਰਲਰ 10+2 ਦੀ ਤਿਆਰੀ ਕਰਦੇ ਸੀ। ਉਹਦਾ ਐਗਜ਼ਾਮ ਮਾਰਚ ਦੇ ਵਿੱਚ ਦਿੰਦੇ ਸੀ। ਪੈਰਲਰ ਹੀ ਉਹ, ਜਿਵੇਂ ਸਾਡੇ ਕਾਲਜਾਂ ਦੀ ਜਿਹੜੀ ਐਡਮਿਸ਼ਨ ਆ ਉਹ JEE ਬੇਸ ਤੇ ਹੈ, ਤਾਂ ਪੈਰਲਰ ਉਹ JEE ਦਾ ਐਗਜ਼ਾਮ ਵੀ ਦਿੰਦੇ ਸੀ। ਇਸ ਲੋਕਡਾਊਨ ਦੇ ਦੌਰਾਨ ਉਹ ਜਿਹੜਾ JEE ਦਾ ਐਗਜ਼ਾਮ ਸੀ ਉਹ ਡਿਲੇ ਹੋ ਗਿਆ, ਜੁਲਾਈ ਤੇ ਪਹੁੰਚ ਗਿਆ ਜੀ। ਤਾਂ ਮੈਨੂੰ ਤਾਂ ਇਹ ਲੱਗਦਾ ਕਿ ਹਰ ਸਾਲ ਕੀ ਹੁੰਦਾ ਸੀਗਾ ਕਿ ਉਹਨਾਂ ਦਾ ਜਿਹੜਾ ਐਗਜ਼ਾਮ ਹੁੰਦਾ ਸੀ ਉਹ ਮਾਰਚ 'ਚ ਹੁੰਦਾ ਸੀ, ਦੈਨ ਉਹਨਾਂ ਦੇ ਰਿਜ਼ਲਟ ਜਿਹੜੇ ਹੈ ਅਪ੍ਰੈਲ ਲਾਸਟ ਵੀਕ ਜਾਂ ਮਈ ਤੱਕ ਆਉਂਦੇ ਸੀ, ਦੈਨ ਜੂਨ ਦੇ ਵਿੱਚ ਕਾਉਂਸਲਿੰਗ ਸਟਾਰਟ ਹੁੰਦੀ ਸੀ, ਜੁਲਾਈ ਦੇ ਵਿੱਚ ਫਸਟ ਰਾਊਂਡ ਕਾਉਂਸਲਿੰਗ, ਸੈਕੰਡ ਰਾਊਂਡ ਕਾਉਂਸਲਿੰਗ ਐਂਡ 31 ਜੁਲਾਈ ਤੱਕ ਥਰਡ ਰਾਊਂਡ ਹੁੰਦੇ ਤੇ ਉਹ ਐਡਮਿਸ਼ਨ ਜਿਹੜੀ ਹੈ ਅਗਸਤ ਦੇ ਵਿੱਚ ਲੈਂਦੇ ਸੀ। ਇਸ ਵਾਰ ਉਹ ਐਡਮਿਸ਼ਨ ਜਿਹੜੀ ਹੈ ਉਹ ਅਗਸਤ ਦੀ ਬਜਾਏ ਸੈਪਟੰਬਰ 'ਚ ਹੋ ਰਹੀ ਹੈ। ਸਿਰਫ ਤੇ ਸਿਰਫ 1 ਮਹੀਨੇ ਦਾ ਫਰਕ ਪਿਆ, ਪਰ ਉਸ 1 ਮਹੀਨੇ ਦੇ ਨਾਲ ਬੱਚਿਆਂ ਨੂੰ JEE ਦੀ ਜਾਂ ਜਿੰਨੇ ਵੀ ਐਲੀਜੀਬਿਲਿਟੀ ਦੇ ਕੰਪੀਟੀਟਿਵ ਐਗਜ਼ਾਮ ਨੇ ਉਹਨਾਂ ਨੂੰ ਤਿਆਰੀ ਕਰਨ ਦਾ ਸਮਾਂ ਜਿਹੜਾ ਹੈ ਉਹਨਾਂ ਨੂੰ ਉਹ 2 ਮਹੀਨੇ ਐਕਸਟਰਾ ਸਮਾਂ ਮਿਲਿਆ। ਤਾਂ ਇਸ ਚੀਜ਼ ਨੂੰ ਆਪਾਂ ਸਿਰਫ ਇਹੀ ਨਾ ਦੇਖੀਏ ਕਿ ਉਹ ਇਸ ਚੀਜ਼ ਨਾਲ ਡੀਮੋਰਲਾਈਜ਼, ਇੱਕ ਪਰਸੈਪਸ਼ਨ ਹੈ ਕਿ ਬੱਚਿਆਂ ਨੂੰ ਜੇ ਕੋਈ ਕੰਮ, ਜੇ ਫੌਜੀ ਨੂੰ ਜ਼ਿਆਦਾ ਦੇਰ ਤੱਕ ਸਰਹੱਦ ਤੇ ਖਾਲੀ ਬਿਠਾ ਦਿਓ ਤਾਂ ਫੌਜੀ ਜਿਹੜਾ ਹੈਗਾ ਉਹ ਕਹਿੰਦੇ ਵੀ ਸੁਸਤ ਹੋ ਜਾਂਦਾ।
ਇਹ ਸਾਡੀਆਂ ਪਰਸੈਪਸ਼ਨਸ ਨੇ, ਬਲਕਿ ਸਾਨੂੰ ਇਹ ਲੱਗਦਾ ਹੈ ਕਿ ਫੌਜੀ ਉਸ ਪੀਰੀਅਡ ਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਨਾਲ ਤਿਆਰੀ ਕਰ ਲੈਂਦਾ, ਕਿਉਂਕਿ ਇਹ ਉਹਨੂੰ ਟਾਈਮ ਮਿਲ ਜਾਂਦਾ ਖੁੱਲਾ। ਇੱਕਦਮ ਅਟੈਕ ਨਾਲੋਂ ਬੈਟਰ ਹੁੰਦਾ ਹੈ ਕਿ ਪ੍ਰਿਪਰੇਸ਼ਨ ਦੇ ਨਾਲ ਤਿਆਰੀ ਕਰਕੇ ਅਟੈਕ ਕਰਨਾ। ਤਾਂ ਮੈਨੂੰ ਇਹ ਲੱਗਦਾ ਕਿ ਇਹ ਉਹਨਾਂ ਲਈ ਵੀ ਓਪਰਚੁਨਿਟੀ ਹੈ ਔਰ ਵਧੀਆ ਤਰੀਕੇ ਨਾਲ ਉਹ ਪਰਫਾਰਮ ਕਰਨਗੇ। ਐਡਮਿਸ਼ਨ 1 ਮਹੀਨਾ ਜੋ ਲੇਟ ਹੋਈ ਹੈ, ਬਟ ਉਹ ਜਿਹੜੀ ਕੰਟੀਨਿਊਟੀ ਹੈ ਉਹ ਬਣੀ ਰਹੇਗੀ। ਉਹਨਾਂ ਦਾ ਐਂਥੂਸੀਆਜ਼ਮ, ਉਹਨਾਂ ਦਾ ਹੌਸਲਾ ਜਿਹੜਾ ਹੈ ਉਹ ਬਣਿਆ ਰਹੇਗਾ। ਪ੍ਰੀ ਰਜਿਸਟ੍ਰੇਸ਼ਨਸ ਅਸੀਂ ਐਸੇ ਕਰਕੇ ਵੀ ਕੋਈ ਬੱਚਾ ਜਿਹੜਾ ਹੈ ਉਹ ਇਹ ਨਾ ਸੋਚੇ ਕਿ ਸਾਨੂੰ ਕਿਸ ਤਰ੍ਹਾਂ ਐਡਮਿਸ਼ਨ ਮਿਲੇਗੀ। ਅਸੀਂ ਬੜੇ ਕਲੀਅਰ ਕੱਟ, ਜਿਵੇਂ ਸਾਡੀ ਯੂਨੀਵਰਸਿਟੀ ਦੀ ਵੈਬਸਾਈਟ ਹੈ, ਅਸੀਂ ਇੱਥੇ ਪ੍ਰੀ ਰਜਿਸਟ੍ਰੇਸ਼ਨ ਓਪਨ ਨਾਓ ਕੀਤੀ ਹੋਈ ਹੈ ਫॉर ਐਫੀਲੀਏਟਡ ਕਾਲਜਸ ਵੀ ਔਰ ਫॉर ਯੂਨੀਵਰਸਿਟੀ ਕੈਂਪਸਿਸ ਵੀ। ਥੱਲੇ ਅਸੀਂ ਬੜਾ ਕਲੀਅਰ ਨੋਟ 'ਚ ਲਿਖਿਆ ਕਿ ਪ੍ਰੀ ਰਜਿਸਟ੍ਰੇਸ਼ਨ ਇਜ਼ ਐਨ ਐਫਰਟ ਔਰ ਫੈਸਿਲਿਟੇਸ਼ਨ ਟੂ ਪ੍ਰੋਵਾਈਡ ਰੈਲੇਵੈਂਟ ਟਾਈਮਲੀ ਇਨਫੋਰਮੇਸ਼ਨ ਟੂ ਐਸਪੀਰੈਂਟ ਸਟੂਡੈਂਟਸ। All final admissions, confirmations, decisions will depends upon set procedure through government notification। ਅਸੀਂ ਇਹ ਪ੍ਰੀ ਰਜਿਸਟ੍ਰੇਸ਼ਨ ਦਾ ਪ੍ਰੋਸੀਜਰ ਚਲਾਇਆ ਜੀ, ਸਿਰਫ ਸਾਡੀ ਯੂਨੀਵਰਸਿਟੀ ਨੇ ਹੀ ਨਹੀਂ, ਹਰ ਪ੍ਰਾਈਵੇਟ, ਹਰ ਸਰਕਾਰੀ ਗੈਰ ਸਰਕਾਰੀ ਇੰਸਟੀਟਿਊਸ਼ਨ ਨੇ ਪ੍ਰੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ। ਮੇਰੀ ਬੱਚਿਆਂ ਨੂੰ ਐਡਵਾਈਸ ਇਹੀ ਹੈ, ਪੇਰੈਂਟਸ ਨੂੰ ਐਡਵਾਈਸ ਇਹੀ ਹੈ ਕਿ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਦੀਆਂ ਪ੍ਰੀ ਰਜਿਸਟ੍ਰੇਸ਼ਨਸ ਜਿਹੜੀਆਂ ਨੇ ਵੱਧ ਤੋਂ ਵੱਧ ਮੈਕਸਿਮਮ ਇੰਸਟੀਟਿਊਸ਼ਨ 'ਚ ਕਰਾਉਣ, ਤਾਂ ਕਿ ਇੰਸਟੀਟਿਊਸ਼ਨ ਉਹਨਾਂ ਨੂੰ ਟਾਈਮਲੀ ਇਨਫੋਰਮੇਸ਼ਨ ਪਾਸ ਔਨ ਕਰਦੇ ਰਹਿਣਗੇ, ਬੱਚੇ ਅਵੇਅਰ ਵੀ ਰਹਿਣਗੇ ਔਰ ਬੱਚੇ ਪੜ੍ਹਾਈ ਦੇ ਨਾਲ ਜੁੜੇ ਵੀ ਰਹਿਣਗੇ, ਬਿਜ਼ੀ ਵੀ ਰਹਿਣਗੇ ਔਰ ਆਪਣੇ ਫਿਊਚਰ ਦੇ ਲਈ ਉਹ ਸਹੀ ਕੋਰਸ, ਸਹੀ ਇੰਸਟੀਟਿਊਸ਼ਨ ਚੁਣ ਪਾਣਗੇ ਜੀ। ਕੀ ਇਸ ਜਿਹੜੀ ਪ੍ਰੀ ਰਜਿਸਟ੍ਰੇਸ਼ਨ ਤੁਸੀਂ ਓਪਨ ਕੀਤੀ ਹੈ, ਇਸ ਰਜਿਸਟ੍ਰੇਸ਼ਨ ਦੀ ਕੋਈ ਫੀਸ ਵੀ ਹੈ ਕਿ ਇਹ ਫ੍ਰੀ ਆਫ ਕਾਸਟ ਹੈ? ਨਹੀਂ ਜੀ, ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਜੀ। ਇਹਦੀ ਸਿੰਗਲ ਪੈਨੀ ਵੀ ਫੀਸ ਨਹੀਂ ਚਾਰਜ ਕੀਤੀ ਜਾ ਰਹੀ, ਬਿਲਕੁਲ ਫ੍ਰੀ ਹੈ ਜੀ ਇਹ ਬੱਚਿਆਂ ਦੀ। ਬਹੁਤ ਸਾਰੇ ਇੰਸਟੀਟਿਊਸ਼ਨਸ ਦੇ ਵਿੱਚ ਹੁਣ ਜਿਹੜੀਆਂ ਜੇ ਆਪਾਂ ਗੱਲ ਕਰੀਏ, ਜੋ ਹੁਣ ਰੀਸੈਂਟਲੀ ਤੁਸੀਂ ਚਲੋ ਇੱਕ ਸਰਕਾਰੀ ਇੰਸਟੀਟਿਊਸ਼ਨ ਹੋ, ਬਹੁਤ ਸਾਰੀਆਂ ਪ੍ਰਾਈਵੇਟ ਇੰਸਟੀਟਿਊਸ਼ਨਸ ਵੀ ਨੇ। ਜੇਕਰ ਆਪਾਂ ਗੱਲ ਕਰੀਏ, ਹਾਲ ਹੀ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ ਬਹੁਤ ਵੱਡਾ ਪੈਕੇਜ ਜਿਹੜਾ ਹੈ ਉਹ ਐਲਾਨ ਕੀਤਾ, ਜਿਹੜੀ ਕਿ ਕਹੀਏ ਕਿ ਜੀਡੀਪੀ ਦੀ, ਇੰਡੀਆ ਦੀ ਜੀਡੀਪੀ ਦੀ 10% ਇੱਕ ਅਮਾਊਂਟ 20 ਲੱਖ ਕਰੋੜ, ਛੋਟੀ ਅਮਾਊਂਟ ਨਹੀਂ ਹੈ, ਜਿਸ ਦੀ ਡਿਸਟ੍ਰੀਬਿਊਸ਼ਨ ਚੱਲਦੀ ਪਈ ਹੈ ਕਿ ਕਿਹੜੇ ਕਿਹੜੇ ਸੈਕਟਰ ਡਿਸਟ੍ਰੀਬਿਊਟ ਹੋਣਗੇ। ਫਿਰ ਭਾਵੇਂ ਆਪਾਂ ਐਮਐਸਐਮਈਜ਼ ਦੀ ਗੱਲ ਕਰੀਏ ਜਾਂ ਆਪਣਾ ਐਗਰੀਕਲਚਰ ਡਿਪਾਰਟਮੈਂਟ ਆਪਾਂ ਗੱਲ ਕਰੀਏ, ਕਿਉਂਕਿ ਕਿਸਾਨਾਂ ਨੂੰ ਬੜਾ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਆਪਾਂ ਗੱਲ ਕਰੀਏ ਲੇਬਰ ਕਲਾਸ ਦੇ ਜਿਹੜੇ ਲੇਬਰ ਲੋਕ ਨੇ, ਉਹਨਾਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ, ਜਿਹੜੇ ਹੋਰ ਬਾਕੀ ਕਾਫੀ ਸੈਕਟਰਸ ਨੇ, ਤੁਹਾਨੂੰ ਕੀ ਲੱਗਦਾ ਜਿਹੜਾ ਐਜੂਕੇਸ਼ਨ ਸੈਕਟਰ ਹੈ, ਇਸ ਨੂੰ ਜਿਹੜਾ ਪਿੱਛੇ ਹੁਣ ਇਹ ਪਾਲਿਸੀਜ਼ ਡਿਸਕ੍ਰਾਈਬ ਹੋ ਰਹੀਆਂ ਨੇ, ਇਹਦਾ ਕਿਤੇ ਨਾ ਕਿਤੇ ਫਾਇਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਮਿਲ ਸਕਦਾ? ਕਿਉਂਕਿ ਈਪੀਐਫਸ ਵੀ ਜਿਹੜੇ ਨੇ, ਉਹਨਾਂ ਦੀ ਜਿਹੜੀ ਦਰ ਉਹ ਘਟਾਈ ਗਈ ਹੈ। ਜਿਹੜੇ EMPLOYEES ਕੰਮ ਕਰਦੇ ਨੇ, ਉਹ ਸਰਕਾਰ ਦਾ ਇਹ ਵੀ ਕਹਿਣਾ ਕਿ ਉਹਨਾਂ ਦਾ ਜਿਹੜਾ ਕੁਝ ਹਿੱਸਾ, ਜਿਹੜਾ EMPLOYER ਹਿੱਸਾ ਵੀ ਉਹ ਸਰਕਾਰ ਸ਼ੇਅਰ ਕਰ ਸਕਦੀ ਹੈ। ਤੁਹਾਨੂੰ ਕੀ ਲੱਗਦਾ ਇਹਦਾ ਕਿਤੇ ਨਾ ਕਿਤੇ ਡਾਇਰੈਕਟ ਜਾਂ ਇਨਡਾਇਰੈਕਟ ਫਾਇਦਾ ਯੂਨੀਵਰਸਿਟੀਜ਼ ਜਾਂ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨਸ ਨੂੰ ਮਿਲ ਸਕਦਾ? ਦੇਖੋ ਜੀ, ਇੱਕ ਤਾਂ ਈਪੀਐਫ ਦੀ ਜਿਸ ਤੱਕ ਗੱਲ ਹੈ, ਉਹਦੀ ਦਰ ਜਿਹੜੀ ਇਹਨਾਂ ਨੇ ਗਵਰਨਮੈਂਟ ਨੇ ਹੁਣ ਘਟਾਈ ਹੈ, ਉਹਦੇ ਨਾਲ ਇਹ ਹੈ ਕਿ ਇੰਸਟੀਟਿਊਸ਼ਨ ਦੇ ਕੋਲੇ ਕੈਸ਼ ਇਨ ਹੈਂਡ ਜ਼ਿਆਦਾ ਹੋਏਗਾ। ਉਹ ਕੈਸ਼ ਇਨ ਹੈਂਡ ਦੇ ਨਾਲ ਆਪਣੇ ਨਵੇਂ ਪ੍ਰੋਜੈਕਟ ਨੇ, ਨਵੇਂ ਐਡਮਿਸ਼ਨ ਪ੍ਰੋਸੀਜਰ ਨੇ, ਉਹਨਾਂ ਦੇ ਉੱਤੇ ਉਹ ਇਨਵੈਸਟ ਕਰ ਸਕਦੀ ਹੈ। ਦੂਸਰਾ ਜਿਹੜਾ ਤੁਹਾਡਾ ਸਵਾਲ ਹੈ ਕਿ ਸਾਨੂੰ ਇਸ ਦਾ ਬੈਨੀਫਿਟ ਔਰ ਲਾਸ ਜਿਹੜਾ ਹੈ, ਤਾਂ ਕੁਝ ਸੈਕਟਰ ਨਾ ਜੀ ਐਸੇ ਹੁੰਦੇ ਨੇ ਜਿਨ੍ਹਾਂ ਦਾ ਨਫਾ ਨੁਕਸਾਨ ਜਿਹੜਾ ਹੈਗਾ ਉਹ ਇੱਕ ਸਟੇਜ ਕ੍ਰਾਸ ਕਰਨ ਤੋਂ ਬਾਅਦ ਹੀ ਤੈਅ ਹੋ ਪਾਉਂਦਾ। ਤਾਂ ਫਿਲਹਾਲ ਸਾਰੇ ਹੀ ਜਿਹੜੇ ਇੰਸਟੀਟਿਊਸ਼ਨ ਨੇ, ਚਾਹੇ ਉਹ ਕੋਈ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਉਹਨਾਂ ਦੀ ਜਿਹੜੀ ਐਨੂਅਲ ਐਡਮਿਸ਼ਨ ਦਰ ਹੁੰਦੀ ਹੈ, ਉਸ ਦਰ ਦੇ ਉੱਪਰ ਡਿਪੈਂਡੈਂਸੀ ਹੁੰਦੀ ਹੈ ਉਹਨਾਂ ਦੇ ਬੈਨੀਫਿਟਸ ਦੀ ਐਂਡ ਉਹਨਾਂ ਦੇ ਜਿਹੜੇ ਨੁਕਸਾਨ ਨੇ, ਲਾਸਿਸ ਨੇ, ਉਹਨਾਂ ਦੀ। ਤਾਂ ਫਿਲਹਾਲ ਮੈਂ ਇਹ ਕਹਾਂਗਾ ਕਿ ਅਸੀਂ ਗੌਰਮੈਂਟ ਵੱਲ ਜਾਂ ਇਸ ਜਿਹੜੀ ਉਹਨਾਂ ਨੇ ਲਿਕੁਇਡਿਟੀ ਮਾਰਕੀਟ ਦੇ ਵਿੱਚ ਦਿੱਤੀ ਹੈ, ਉਹਦੇ ਵੱਲ ਨਾ ਦੇਖਦੇ ਹੋਏ ਸਾਨੂੰ ਜਿਹੜਾ, ਜਿਵੇਂ ਪ੍ਰਧਾਨ ਮੰਤਰੀ ਜੀ ਨੇ ਵੀ ਇੱਕ ਨਾਅਰਾ ਦਿੱਤਾ ਹੈਗਾ ਕਿ ਵੋਕਲ ਐਂਡ ਲੋਕਲ ਦਾ, ਹੈ ਨਾ, ਤਾਂ ਉਹਦੇ ਮੁਤਾਬਿਕ ਮੈਨੂੰ ਇਹ ਲੱਗਦਾ ਕੱਲ ਤੱਕ ਸਾਡੇ ਬੱਚੇ ਫੋਰਨ ਐਡਮਿਸ਼ਨਸ ਲੈ ਰਹੇ ਸੀ। ਉਹ ਤਾਂ ਲੈ ਰਹੇ ਸੀ ਕਿਉਂਕਿ ਉੱਥੇ ਆਈਟੀ ਸੈਕਟਰ ਜ਼ਿਆਦਾ ਸਾਡੇ ਨਾਲ ਡਿਵੈਲਪ ਸੀ, ਉੱਥੇ ਜ਼ਿਆਦਾ ਸੁਵਿਧਾਵਾਂ ਮਿਲ ਰਹੀਆਂ ਸੀ। ਬਟ ਅੱਜ ਪ੍ਰਾਈਵੇਟ ਸੈਕਟਰ ਔਰ ਸਰਕਾਰੀ ਸੈਕਟਰ ਆਈਟੀ ਦੇ ਵਿੱਚ ਡਿਊਰਿੰਗ ਕੋਵਿਡ ਇੰਨਾ ਕੁ ਸਟਰੋਂਗ ਹੋ ਚੁੱਕਾ ਹੈ ਕਿ ਅੱਜ ਉਹ ਸਾਰੀਆਂ ਸੁਵਿਧਾਵਾਂ ਬੱਚਿਆਂ ਨੂੰ ਇੱਥੇ ਮਿਲ ਰਹੀਆਂ। ਤਾਂ ਬੱਚਾ ਬਾਹਰ ਐਡਮਿਸ਼ਨ ਲੈਣ ਨਾਲੋਂ ਪ੍ਰਾਈਵੇਟ ਇੰਸਟੀਟਿਊਸ਼ਨ ਹੈ ਚਾਹੇ ਸਰਕਾਰੀ ਇੰਸਟੀਟਿਊਸ਼ਨ ਹੈ, ਉਹ ਪ੍ਰੈਫਰੈਂਸ ਦੇਵੇ ਆਪਣੀ ਕੰਟਰੀ ਦੇ ਅਦਾਰਿਆਂ ਨੂੰ। ਜੇ ਉਹ ਆਪਣੀ ਕੰਟਰੀ ਦੇ ਇੰਸਟੀਟਿਊਸ਼ਨ ਨੂੰ ਦੇਗਾ ਤਾਂ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਕਿਸੇ ਤਰੀਕੇ ਦੇ ਰਹਿਣਗੇ। ਔਰ ਅਗਰ ਫੀਸ ਜਿਹੜੀਆਂ ਬੱਚੇ ਪੇ ਕਰਦੇ ਸੀ, ਗਾਰਡੀਅਨਸ ਪੇ ਕਰਦੇ ਸੀਗੇ, ਕਿਉਂਕਿ ਗਵਰਨਮੈਂਟ ਨੇ ਉਹਨਾਂ ਫੀਸ ਨੂੰ ਵੀ ਹਾਲੇ ਕਿਹਾ ਕਿ ਤੁਸੀਂ ਨਾ ਇੰਸਟੀਟਿਊਸ਼ਨ ਕਿ ਤੁਸੀਂ ਨਾ ਲਓ। ਬਿਲਕੁਲ ਜੀ, ਬਿਲਕੁਲ। ਤਾਂ ਉਸ ਤਰੀਕੇ ਨਾਲ ਇਹ ਹੈ ਕਿ ਬੱਚਿਆਂ ਦੀਆਂ ਜਿਹੜੀਆਂ ਫੀਸਿਸ ਨੇ
ਉਹ ਤਾਂ ਜੀ ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਸੈਪਟੰਬਰ ਤੱਕ ਐਡਮਿਸ਼ਨ ਦੀ, ਤਾਂ ਉਦੋਂ ਤੱਕ ਤਾਂ ਫੀਸਿਸ ਜਿਹੜੀਆਂ ਉਹ ਜਾਣਗੀਆਂ। ਗਵਰਨਮੈਂਟ ਨੇ ਨਾਲ ਇਹ ਵੀ ਇਨਸਟਰਕਸ਼ਨ ਕੀਤੀ ਹੈ ਕਿ ਫੀਸਾਂ ਨੂੰ ਵਧਾਇਆ ਨਾ ਜਾਵੇ, ਜੋ ਉਹਨਾਂ ਦੀ ਟਿਊਸ਼ਨ ਫੀਸ ਹੈ ਉਹ ਉਹੀ ਰਹੇ, ਬਾਕੀ ਦੇ ਖਰਚੇ ਘਟਾਏ ਜਾਣ। ਐਸੀ ਸਿਚੁਏਸ਼ਨ ਦੇ ਵਿੱਚ ਅਗਰ ਐਡਮਿਸ਼ਨ ਅੱਛੀ ਹੁੰਦੀ ਹੈ, ਕਿਉਂਕਿ ਆਪਾਂ ਤਾਂ ਐਡਮਿਸ਼ਨ ਜਿਹੜੀ ਹੈ ਉਹ ਕੰਟੀਨਿਊ ਹੋਣੀ ਹੈ, ਹੁਣ ਸ਼ੁਰੂ ਹੋਣੀ ਹੈ। ਅਗਰ ਐਡਮਿਸ਼ਨ ਅੱਛੀ ਹੋ ਜਾਂਦੀ ਹੈ ਤਾਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਇੰਸਟੀਟਿਊਸ਼ਨ ਨਹੀਂ ਆਉਣਗੇ। ਪਰ ਸਰਕਾਰ ਤੋਂ ਜਿਹੜੇ ਮੰਗ ਦੀ ਗੱਲ ਹੈ, ਉਹ ਜਿਵੇਂ ਕਿ ਸਾਡੇ ਐਫੀਲੀਏਟਡ ਇੰਸਟੀਟਿਊਸ਼ਨ ਨੇ ਜਿਹੜੇ, ਉਹ ਸਾਡੇ ਕੋਲੇ ਵੀ ਡਿਮਾਂਡ ਰੱਖਦੇ ਰਹਿੰਦੇ ਨੇ ਕਿ ਯੂਨੀਵਰਸਿਟੀਆਂ ਵੀ ਉਹਨਾਂ ਨੂੰ ਪੁਸ਼ ਕਰਨ ਵੀ ਉਹ ਗਵਰਨਮੈਂਟ ਕੋਲੇ ਜਿਹੜਾ ਡਿਊਜ਼ ਹੁੰਦੇ ਨੇ, ਡਿਊਜ਼ ਗਵਰਨਮੈਂਟ ਕੋਲੇ ਇਹਨਾਂ ਇੰਸਟੀਟਿਊਸ਼ਨ ਦੇ ਹੁੰਦੇ ਨੇ ਜਿਨ੍ਹਾਂ ਨੂੰ ਕਿ ਅਸੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਅਮਾਉਂਟ ਕਹਿ ਦਿੰਦੇ ਆ। ਹੋਰ ਕਈ ਤਰ੍ਹਾਂ ਦੀਆਂ ਸਕਾਲਰਸ਼ਿਪ ਗਵਰਨਮੈਂਟ ਜਿਹੜੀਆਂ ਨੇ ਉਹ ਇੰਸਟੀਟਿਊਸ਼ਨ ਨੂੰ ਪ੍ਰੋਵਾਈਡ ਕਰਦੀ ਹੈ। ਤਾਂ ਸਾਡੀ ਤਾਂ ਬੇਨਤੀ ਇਹੀ ਹੈ ਵੀ ਉਹ ਗਵਰਨਮੈਂਟ ਜਿਹੜੀਆਂ ਇਹਨਾਂ ਦੇ ਬੈਨੀਫਿਟਸ ਕੋਈ ਰੁਕੇ ਹੋਏ ਨੇ ਸਰਕਾਰਾਂ ਦੇ ਕੋਲ ਇੰਸਟੀਟਿਊਸ਼ਨ ਨੂੰ, ਉਹ ਬੈਨੀਫਿਟ ਇਹਨਾਂ ਦੇ ਟਾਈਮਲੀ ਅਗਰ ਰਿਲੀਜ਼ ਕਰਦੀ ਰਹੇਗੀ ਤਾਂ ਉਹੀ ਬਹੁਤ ਵੱਡੀ ਸਪੋਰਟ ਹੋਏਗੀ ਕਿ ਸਾਡੇ ਜਿਹੜੇ ਅਦਾਰੇ ਨੇ, ਜਿਹੜੇ ਐਫੀਲੀਏਟਡ ਇੰਸਟੀਟਿਊਸ਼ਨ ਨੇ ਜਾਂ ਯੂਨੀਵਰਸਿਟੀ ਜਾਂ ਐਜੂਕੇਸ਼ਨ ਅਦਾਰੇ ਨੇ, ਉਹ ਬਹੁਤ ਬੜੇ ਵਧੀਆ ਕਰਨਗੇ ਜੀ, ਪਰਫਾਰਮ ਕਰਨਗੇ। ਐਡਮਿਸ਼ਨਸ ਵਧੀਆ ਹੋਵੇ, ਉਹਨਾਂ ਦੇ ਡਿਊਜ਼ ਕਲੀਅਰ ਹੁੰਦੇ ਰਹਿਣ, ਤਾਂ ਮੈਨੂੰ ਐਸਾ ਕੋਈ ਲੱਗਦਾ ਨਹੀਂ ਹੈ ਕਿ ਉਸ ਚੀਜ਼ ਦਾ ਕੋਈ ਇਹਦੇ ਨਾਲ ਬਹੁਤਾ ਜ਼ਿਆਦਾ ਇੰਪੈਕਟ ਪਏਗਾ, ਬੈਡ ਇੰਪੈਕਟ ਪਏਗਾ ਐਟਲੀਸਟ ਜੀ। ਜੇਕਰ ਆਪਾਂ ਗੱਲ ਕਰੀਏ ਜਿਹੜੀ ਹੁਣ ਇੰਸਟੀਟਿਊਸ਼ਨਸ ਦੀਆਂ ਪੜ੍ਹਾਈਆਂ ਨੇ, ਜਾਂ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਲਾਕਡਾਊਨ ਖੁੱਲ੍ਹਣਾ ਹੀ ਹੈ ਜੀ, ਠੀਕ ਹੈ, ਲਾਕਡਾਊਨ ਵੀ ਖੁੱਲ੍ਹੇਗਾ, ਕਾਲਜ ਵੀ ਖੁੱਲ੍ਹਣਗੇ, ਬੱਚੇ ਵੀ ਜਿਹੜੇ ਨੇ, ਸਟੂਡੈਂਟਸ ਵੀ ਜਿਹੜੇ ਨੇ ਉਹ ਕਾਲਜਾਂ ਦੇ ਵਿੱਚ ਜਾ ਕੇ ਆਪਣਾ ਸਟੱਡੀ ਨੂੰ ਉਹ ਰੈਗੂਲਰ ਕਰਨਗੇ, ਕੰਟੀਨਿਊ ਕਰਨਗੇ। ਤੁਹਾਨੂੰ ਕੀ ਲੱਗਦਾ ਜਦੋਂ ਲਾਕਡਾਊਨ ਖੁੱਲ੍ਹ ਜਾਏਗਾ ਤਾਂ ਕਿਹੜੀ ਇੱਦਾਂ ਦੀ ਗਾਈਡਲਾਈਨਸ ਹੋਣਗੀਆਂ ਜਿਨ੍ਹਾਂ ਦਾ ਸਾਨੂੰ ਸਭ ਤੋਂ ਜ਼ਿਆਦਾ ਖਿਆਲ ਰੱਖਣਾ ਪਏਗਾ ਬੀਇੰਗ ਐਨ ਇੰਸਟੀਟਿਊਸ਼ਨ, ਠੀਕ ਹੈ ਜੀ? ਔਰ ਉਸ ਤੋਂ ਬਾਅਦ ਕਿਉਂਕਿ ਸੋਸ਼ਲ ਡਿਸਟੈਂਸਿੰਗ ਇੱਕ ਬਹੁਤ ਵੱਡਾ ਸਵਾਲ ਆ ਜਾਂਦਾ ਇਸ ਪਰਟੀਕੂਲਰ ਮੋਡ ਤੇ ਆ ਕੇ, ਕਿਉਂਕਿ ਜਿੱਥੇ ਸਟੂਡੈਂਟਸ ਦਾ ਰਸ਼ ਹੋਏਗਾ ਆਬਵੀਅਸਲੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨਾ ਥੋੜਾ ਔਖਾ ਜ਼ਰੂਰ ਹੋਏਗਾ, ਬਟ ਇੰਪੋਸੀਬਲ ਨਹੀਂ ਹੈ, ਠੀਕ ਹੈ ਜੀ? ਕਿਹੜੀਆਂ ਜਿਹੜੀਆਂ ਤਰੀਕੇ ਹੋਣਗੇ ਜਿਨ੍ਹਾਂ ਨੂੰ ਇੱਕ ਇੰਸਟੀਟਿਊਸ਼ਨ ਨੂੰ ਅਪਲਾਈ ਕਰਨਾ ਚਾਹੀਦਾ ਜਾਂ ਅਪਲਾਈ ਹੋ ਸਕਦੇ ਨੇ? ਦੇਖੋ ਜੀ, ਮੈਂ ਇੱਕ ਅਖਬਾਰ ਦੇ ਵਿੱਚ ਹੀ, ਦੈਨਿਕ ਸਵੇਰਾ ਦੇ ਵਿੱਚ ਵੀ, ਈਵਨ ਕਿ 8 ਨੰਬਰ ਪੇਜ ਤੇ ਮੈਂ ਪੜ੍ਹ ਰਿਹਾ ਸੀਗਾ ਇੱਕ ਆਰਟੀਕਲ, ਤਾਂ ਉਸ ਆਰਟੀਕਲ ਦੇ ਵਿੱਚ ਬੜਾ ਇੱਕ ਲਾਈਨ ਲਿਖੀ ਹੋਈ ਸੀ ਜਿਹੜੀ ਮੈਨੂੰ ਤੁਹਾਡੇ ਸਵਾਲ ਦੇ ਨਾਲ ਬੜੀ ਰੈਲੇਵੈਂਟ ਲੱਗੀ। ਦੈਨਿਕ ਸਵੇਰਾ 'ਚ ਵੀ ਇਹ ਲਿਖਿਆ ਹੋਇਆ ਸੀ ਕਿ ਇੱਕ ਜਿਹੜੀ ਸਾਡੀ ਹੈਲਥ ਆਰਗੇਨਾਈਜੇਸ਼ਨ ਹੈ WHO, ਉਹਨਾਂ ਦੇ ਐਕਸਪਰਟ ਔਰ ਇੱਕ ਯੂਨੈਸਕੋ ਵਾਲਿਆਂ ਦੀ ਸਟੇਟਮੈਂਟ ਸੀ, ਉਹਦੇ ਹਵਾਲੇ ਨਾਲ ਲਿਖਿਆ ਹੋਇਆ ਸੀ ਕਿ ਹੁਣ ਸਾਨੂੰ ਕਿਤੇ ਨਾ ਕਿਤੇ ਕੁਝ ਸਮੇਂ ਲਈ ਇਹ ਮੰਨਣਾ ਪੈ ਜਾਣਾ ਹੈ ਕਿ ਸਾਨੂੰ ਕਰੋਨਾ ਨੂੰ ਨਾਲ ਲੈ ਕੇ ਹੀ ਤੁਰਨਾ ਪੈਣਾ ਹੈ ਨਾ, ਉਹਨਾਂ ਨੂੰ ਨਾਲ ਲੈ ਕੇ ਹੀ ਜੀਣਾ ਪੈਣਾ ਹੈ। ਐਸੀ ਸਿਚੁਏਸ਼ਨ ਦੇ ਵਿੱਚ ਸਮੇਂ-ਸਮੇਂ ਤੇ ਚਾਹੇ ਕੇਂਦਰ ਸਰਕਾਰ ਹੈ, ਚਾਹੇ ਸਟੇਟ ਸਰਕਾਰ ਹੈ, ਰਾਜ ਸਰਕਾਰਾਂ ਨੇ, ਉਹ ਬਹੁਤ ਹੀ ਵਧੀਆ ਮਈਅਰ ਜਿਹੜੇ ਬਚਾਵ ਦੇ ਤਰੀਕੇ ਨੇ ਉਹ ਸਾਨੂੰ ਸੁਝਾ ਰਹੀ ਹੈ। ਪਹਿਲਾਂ ਤਾਂ ਸਾਨੂੰ ਸਾਰਿਆਂ ਨਾਲੋਂ ਪਹਿਲਾਂ ਸਾਡੀ ਰਿਸਪੌਂਸਿਬਿਲਿਟੀ ਇਹ ਬਣਦੀ ਹੈ ਕਿ ਅਸੀਂ ਉਹ ਜਿਹੜੇ ਸੁਝਾਅ ਗਵਰਨਮੈਂਟ ਦੇ ਆ ਰਹੇ ਆ ਉਹਨਾਂ ਦੀ ਇਨ ਬਿਨ ਪਾਲਣਾ ਕਰੀਏ, 100% ਉਹਦੀ ਕੰਪਲਾਇੰਸ ਜਿਹੜੀ ਹੈ ਅਸੀਂ ਉਹ ਕਰੀਏ, ਆਪ ਵੀ ਕਰੀਏ, ਸਾਡੇ ਬੱਚਿਆਂ ਨੂੰ ਵੀ ਸਿਖਾਈਏ। ਮੇਰੇ ਬੱਚੇ ਬਾਹਰ ਖੇਡ ਰਹੇ ਨੇ, ਤੁਸੀਂ ਦੇਖਿਆ ਉਹਨਾਂ ਨੇ ਮਾਸਕ ਪਾ ਕੇ ਖੇਡ ਰਹੇ ਸੀਗੇ। ਤਾਂ ਅਸੀਂ ਇੱਕ ਪੁਆਇੰਟ ਤੇ, ਤੁਸੀਂ ਆਏ ਹੋ ਮੇਰੇ ਕੋਲ, ਤੁਸੀਂ ਆਪਣੇ ਆਪ ਨੂੰ ਸੈਨੀਟਾਈਜ਼ ਕੀਤਾ, ਮੈਂ 2 ਵਾਰ ਕੀਤਾ, ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹੀ ਸਾਡੇ ਕੋਈ ਵੱਖਰੀਆਂ ਇੰਸਟੀਟਿਊਸ਼ਨ ਦੇ ਲਈ ਨਹੀਂ ਹੈ। ਜੋ ਰਾਜ ਸਰਕਾਰਾਂ ਨੇ, ਜੋ ਕੇਂਦਰ ਸਰਕਾਰ ਨੇ ਸੁਝਾਅ ਸਾਨੂੰ ਪ੍ਰੀਕਾਸ਼ਨਸ ਦੱਸੇ ਨੇ, ਉਹ ਐਡਵਾਈਜ਼ਰੀਜ਼ ਇਸ਼ੂ ਕੀਤੀਆਂ ਨੇ, ਅਸੀਂ ਜੇ 100% ਉਹਦਾ ਮਤਲਬ ਮੈਸੇਜ ਪ੍ਰਣ ਕਰ ਲਾਂਗੇ, ਨਿਸ਼ਚੈ ਕਰ ਲਾਂਗੇ, ਆਪ ਕਰ ਲਾਂਗੇ, ਪਰਿਵਾਰ ਨੂੰ ਕਰਾ ਦਿਆਂਗੇ, ਤਾਂ ਐਸੀ ਕੋਈ ਦਿੱਕਤ ਨਹੀਂ ਆਏਗੀ। ਅੱਛਾ, ਐਸੇ ਕਰਕੇ ਹੀ ਸਰਕਾਰਾਂ ਜਿਹੜੀਆਂ ਨੇ ਔਡ ਈਵਨ ਦੇ ਫਾਰਮੂਲੇ ਜਾਂ 33% ਸਟਾਫ ਦੇ ਨਾਲ ਜਾਂ 30% ਸਟਾਫ ਦੇ ਨਾਲ ਜਾਂ 15% ਸਟਾਫ ਦੇ ਨਾਲ, ਜਿਸ ਤਰੀਕੇ ਦੇ ਅਦਾਰੇ ਆ ਉਹਨਾਂ ਦੀਆਂ ਉਸ ਤਰੀਕੇ ਦੀਆਂ ਗਾਈਡਲਾਈਨਸ ਉਹ ਇਸ਼ੂ ਕਰ ਰਹੇ ਆ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਆਪ ਇੱਕ ਦ੍ਰਿੜ ਸੰਕਲਪ ਕਰਨਾ ਪਏਗਾ ਕਿ ਅਸੀਂ ਇਸ ਬਿਮਾਰੀ ਨਾਲ ਲੜਨਾ ਹੈ ਔਰ ਅਸੀਂ ਆਪਣੇ ਆਪ ਨੂੰ ਸੇਫ ਰੱਖਦੇ ਹੋਏ ਸਮਾਜ ਨੂੰ, ਸੁਸਾਇਟੀ ਨੂੰ, ਆਪਣੇ ਅਦਾਰਿਆਂ ਨੂੰ ਸੇਫ ਰੱਖਣਾ। ਤਾਂ ਫਿਰ ਮੈਨੂੰ ਲੱਗਦਾ ਕਿ ਕੋਈ ਮੁਸ਼ਕਿਲ ਨਹੀਂ ਆਏਗੀ। ਇੱਕ ਬਦਲਾਵ ਜ਼ਰੂਰ ਹੋਏਗਾ। ਉਹ ਬਦਲਾਵ ਜਿਹੜਾ ਜਿਸ ਬਦਲਾਵ ਦੀ ਅਸੀਂ ਗੱਲ ਕਰਦੇ ਹਾਂ, ਤਾਂ ਇੱਕ ਕਾਉਂਸਲਿੰਗ ਦੇ ਵਿੱਚ ਅਸੀਂ ਦੱਸਦੇ ਹੁੰਦੇ ਹਾਂ ਕਿ ਜਦੋਂ ਬੱਚੇ ਛੋਟੇ ਹੁੰਦੇ ਨੇ ਤੇ ਬੱਚੇ ਜਦੋਂ ਇਰੀਟੇਸ਼ਨ ਫੀਲ ਕਰਦੇ ਆ ਜਾਂ ਗੁੱਸਾ ਆਉਂਦਾ, ਐਗਰੈਸ਼ਨ ਆਉਂਦਾ ਉਹਨਾਂ ਵਿੱਚ, ਤਾਂ ਪੇਰੈਂਟਸ ਕੀ ਕਰਦੇ ਨੇ ਕਿ ਉਹਨਾਂ ਨੂੰ ਬਲੌਕਸ ਦੇ ਦਿੰਦੇ ਨੇ। ਉਹ ਪੇਰੈਂਟਸ ਬੱਚੇ ਨੂੰ ਕਹਿੰਦੇ ਕਿ ਇਹਨਾਂ ਬਲੌਕਸ ਦੇ ਨਾਲ ਨਾ ਤੁਸੀਂ ਕੋਈ ਸ਼ੇਪ ਬਣਾਓ। ਉਹ ਕੋਈ ਸ਼ੇਪ ਬਣਾਉਂਦੇ ਆ, ਕੋਈ ਟ੍ਰਾਇੰਗਲ ਬਣਾਉਂਦਾ ਕੋਈ ਬੱਚਾ, ਕੋਈ ਸ਼ਿਪ ਬਣਾ ਦਿੰਦਾ ਜੀ, ਕੋਈ ਐਲਮੀਰਾ ਬਣਾ ਦਿੰਦਾ। ਤਾਂ ਮੈਨੂੰ ਇਹ ਲੱਗਦਾ ਹੈ ਕਿ ਅੱਜ ਕੋਵਿਡ-19 ਕਰਕੇ ਇੱਕ ਐਗਰੈਸ਼ਨ ਆਇਆ ਸਾਡੇ ਵਿੱਚ ਵੀ, ਤਾਂ ਅੱਜ ਇਹ ਜਿਹੜੀਆਂ ਐਡਵਾਈਜ਼ਰੀਜ਼ ਨੇ, ਜਿਹੜੇ ਸਾਡੇ ਇੰਸਟੀਟਿਊਸ਼ਨ ਨੇ, ਜਿਹੜੇ ਸਾਡੇ ਰੋਜ਼ ਦਿਨਚਰਿਆ ਦੇ ਕੰਮ ਨੇ, ਇਹ ਸਾਰੇ ਸਾਡੇ ਹੱਥਾਂ 'ਚ ਦਿੱਤੇ ਗਏ ਬਲੌਕਸ ਨੇ। ਅਸੀਂ ਇਹਨਾਂ ਬਲੌਕਸ ਦੇ ਨਾਲ ਇੱਕ ਬਹੁਤ ਵਧੀਆ ਸ਼ੇਪ ਬਣਾਉਣੀ ਹੈ। ਅਸੀਂ ਉਸ ਸ਼ੇਪ ਨੂੰ ਇੰਨੀ ਵਧੀਆ ਬਣਾਉਣੀ ਹੈ ਕਿ ਸਾਡੀ ਐਗਜ਼ਾਮਪਲ ਦੂਸਰੇ ਵੀ
ਜਿਹੜੇ ਆ ਉਹ ਫੋਲੋ ਕਰਨ ਤੇ ਅਸੀਂ ਇਸ ਮਹਾਮਾਰੀ ਤੋਂ ਮੁਕਤ ਰਹਿ ਪਾਈਏ, ਇਸ ਤੋਂ ਅਸੀਂ ਬਚ ਕੇ ਰਹਿ ਪਾਈਏ ਜੀ। ਬਹੁਤ ਬਹੁਤ ਧੰਨਵਾਦ ਰਜਨੀਸ਼, ਤੁਸੀਂ ਆਪਣਾ ਜਿਹੜਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ ਹੈ ਤੇ ਇਸ ਕੀਮਤੀ ਸਮੇਂ ਦੇ ਦੌਰਾਨ ਤੁਸੀਂ ਬਹੁਤ ਵਧੀਆ ਗੱਲਾਂ ਵੀ ਕੀਤੀਆਂ ਕਿ ਇਸ ਕੋਵਿਡ-19 ਨੂੰ ਸਿਰਫ ਨੈਗੇਟਿਵਲੀ ਹੀ ਨਹੀਂ ਬਲਕਿ ਇਹਦੇ ਪੋਜ਼ਿਟਿਵ ਐਸਪੈਕਟਸ ਵੀ ਦੇਖੇ ਜਾਣ ਤੇ ਨਾਲੇ ਨਾਲ ਉੱਤੇ ਜਿਹੜੇ ਜੀ ਇੰਸਟੀਟਿਊਸ਼ਨਸ ਨੇ ਉਹ ਆਪਣੇ ਕਿਸ ਤਰੀਕੇ ਦੇ ਨਾਲ ਅੱਗੇ ਸਟੂਡੈਂਟਸ ਨੂੰ ਅੱਗੇ ਕਾਉਂਸਲ ਕਰਨ ਜਾਂ ਕਿਸ ਤਰੀਕੇ ਦੇ ਨਾਲ ਅੱਗੇ ਲੈ ਕੇ ਉਹਨਾਂ ਦੇ ਪੜ੍ਹਾਈ ਲਈ ਉਹਦੇ ਦੇ ਸਰਾਵ ਦੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ। ਸੋ ਇਸ ਨਾਲ ਸਾਡਾ ਮਿਸਟਰ ਰਜਨੀਸ਼ ਜੋ ਕਿ ਇੰਦਰ ਕੁਮਾਰ ਗੁਜਰਾਲ ਪੀਟੀਯੂ ਦੇ ਪੀਆਰਓ ਨੇ, ਜੋ ਕਿ ਜਿਨ੍ਹਾਂ ਨੇ ਦੱਸਿਆ ਕਿ ਕੋਵਿਡ-19 ਦੇ ਜਿਹੜੇ ਆਸਪੈਕਟਸ ਨੇ ਜੋ ਵੀ ਉਹਨਾਂ ਦੇ ਸਿਰਫ ਡਰਾਬੈਕਸ ਹੀ ਨਾ ਵੇਖੇ ਜਾਣ ਬਲਕਿ ਉਹਨਾਂ ਦੇ ਪੋਜ਼ਿਟਿਵ ਆਸਪੈਕਟਸ ਵੀ ਦੇਖੇ ਜਾਣ, ਕਿਉਂਕਿ ਇਸ ਕੋਵਿਡ-19 ਦੇ ਜਦੋਂ ਵਰਕ ਫਰਮ ਹੋਮ ਨੂੰ ਜਿੱਥੇ ਪ੍ਰਮੋਟ ਕੀਤਾ ਗਿਆ ਉਸੇ ਦੇ ਨਾਲ ਜਿੰਨੇ ਵੀ ਲੋਕ ਆਈਟੀ ਸੈਕਟਰ ਤੋਂ ਦੂਰ ਸਨ ਉਹ ਹੁਣ ਆਈਟੀ ਸੈਕਟਰ ਦੇ ਨਾਲ ਜੁੜ ਗਏ ਨੇ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੇ ਵਿੱਚ ਮਾਡਰਨਾਈਜੇਸ਼ਨ ਜਿਹੜੀ ਐਡਵਾਂਸਮੈਂਟ ਹੈ ਉਹ ਬੇਹੱਦ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਕੈਮਰਾ ਪਰਸਨ ਸੁਖਵਿੰਦਰ ਸਿੰਘ ਦੇ ਨਾਲ ਮੈਂ ਸਾਹਿਲ ਨਰੂਲਾ, ਦੈਨਿਕ ਸਵੇਰਾ ਟੀਵੀ ਜਲੰਧਰ ਤੋਂ।